पायो। संगत पार उतारन को गुरु नानक साहेब पंथ चलायो। वाहे गुरु गुरु नानक साहेब तार के मूरत है जागे आयो। शाय जाति एकता शाय जाति एकता अनेकता बिलाए जाति। होवती कुचीलता किताबन कुरान के पाप ही परपक जाते। धर्म तसक जाते बरन गरक जाते। सहित विधान की देवी देव द्योहरे संतोख सिंह दूर होते। रीत मिट जाती कथा वेदन पुराण की। श्री गुरु गोबिंद सिंह पावन परम सूर। श्री गुरु गोबिंद सिंह पावन परम सूर। मूरत न होती जाओ पै करना निधान की। जिसमें है अमृत ज्ञान है मानक भगत वैराग। श्री गुरु ग्रंथ साहिब उदद बंदों कार अनुराग। श्री गुर शब्द कमाए जैना जीते पंच विकार। तेन संतन काओ बंदना सिर चरणन पार तार। एक ओंकारा सतगुरु तेह प्रसाद सच होए। वाहिगुरु जी की फतेह है। विघ्न विनाशन सोए। वाहिगुरु जी की फतेह है। विघ्न विनाशन सोए। सतनाम श्री वाहिगुरु जी। नरक सुरग दोनों नहीं चाहिए। जे सिमरन ते मुक्ति लहिए। सोन श्री मुख ते बाक उचारे। निश्चय राम जपत हैं सारे। नरक सुरग दोनों नहीं चाहिए। वाहिगुरु जी का खालसा वाहिगुरु जी की फतेह। परम सन्मान सत्कारयोग जुगो जुग अटल शब्द गुरु चवर तखत छतर दे मालक।
ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ 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 ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਇਕਬਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਸਦਕਾ ਆਪ ਜੀ ਨੇ ਸਾਹਿਬਾਂ ਜੀ ਦੇ ਮਹਾਨ ਸਥਾਨ 'ਤੇ ਹਾਜ਼ਰੀ ਭਰ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ ਸਾਹਿਬਾਂ ਜੀ ਦੀ ਪਾਵਨ ਪਵਿੱਤਰ ਬਾਰਗਾਹ ਸਾਹਿਬਾਂ ਦੇ ਮਹਾਨ ਸਥਾਨ 'ਤੇ ਸੱਜ ਕਰਕੇ ਜੀਵਨ ਦੀਆਂ ਘੜੀਆਂ ਸਮੇਂ ਸੁਆਸਾਂ ਨੂੰ ਸਫਲਿਆਂ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ 'ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬ੍ਰਿਤਾਂਤ ਜੀਵਨ ਕੌਤਕਾਂ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਕਰਨਾ ਨਿਧਾਨ ਪਰਉਪਕਾਰੀ ਸਤਿਗੁਰੂ ਧੰਨ 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 ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਧਰਤੀ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਚੱਲ ਕਰਕੇ ਆਏ ਹੋਏ ਜਗਿਆਸੂਆਂ ਨੂੰ ਗੁਰਮੁਖਾਂ ਨੂੰ ਗੁਰਸਿੱਖਾਂ ਨੂੰ ਪ੍ਰੇਮੀਆਂ ਨੂੰ ਨਾਮ ਬਾਣੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਲਿਆਣ ਕਰ ਰਹੇ ਹਨ। ਪਿਛਲੇ ਪ੍ਰਸੰਗ ਦੇ ਅੰਦਰ ਭਾਈ ਜੈਤਾ ਭਾਈ ਨੰਦਾ ਔਰ ਭਾਈ ਪਿਰਾਗਾ ਜੀ ਤਿੰਨ ਸਿੱਖ ਇਕੱਠੇ ਹੋ ਕੇ ਸਾਹਿਬਾਂ ਦੇ ਹਜ਼ੂਰ ਪਹੁੰਚੇ। ਸਾਹਿਬਾਂ ਨੂੰ ਹੱਥ ਜੋੜ ਕੇ ਮੱਥਾ ਟੇਕ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਕੋਈ ਇਹੋ ਜਿਹਾ ਉਪਦੇਸ਼ ਦੇਵੋ ਜਿਸ ਉਪਦੇਸ਼ ਨੂੰ ਸਰਵਣ ਕਰਕੇ ਕਮਾ ਕਰਕੇ ਹੋਰ ਕੋਈ ਵੀ ਕੰਮ ਕਰਨ ਵਾਲਾ ਬਾਕੀ ਨਾ ਰਹਿ ਜਾਏ, ਹੋਰ ਕੁਛ ਕਰਨ ਦੀ ਲੋੜ ਨਾ ਪਵੇ। ਇਹਦਾ ਭਾਵ ਇਹ ਨਹੀਂ ਸਮਝ ਲੈਣਾ ਕਿ ਉਹਨਾਂ ਇੱਕ ਐਸਾ ਕਿਹਾ ਹੋਵੇ ਕਿ ਹੋਰ ਕੋਈ ਕਿਰਤ ਕਰਨ ਦੀ ਲੋੜ ਨਾ ਰਹਿ ਜਾਏ। ਸਰੀਰ ਦੇ ਨਿਰਵਾਹ ਵਾਸਤੇ ਗੁਰੂ ਪਾਤਸ਼ਾਹ ਨੇ ਕਿਰਤ ਨਹੀਂ ਵਰਜੀ। ਸਿੱਖ ਧਰਮ ਦਾ ਜਿਹੜਾ ਮੁੱਢਲਾ ਸਿਧਾਂਤ ਹੈ, ਤਿੰਨਾਂ ਸਿਧਾਂਤਾਂ ਵਿੱਚੋਂ ਇੱਕ ਇਹ ਵੀ ਹੈ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਸਿੱਖ ਨੇ ਕਿਸੇ 'ਤੇ ਨਿਰਭਰ ਨਹੀਂ ਹੋਣਾ, ਭਿਖਾਰੀ ਨਹੀਂ ਬਣਨਾ, ਸਗੋਂ ਆਪ ਕਿਰਤ ਕਰਨੀ ਹੈ, ਹੋਰਨਾਂ ਦੀ ਸਹਾਇਤਾ ਕਰਨੀ। ਇਹ ਸਤਿਗੁਰੂ ਪਾਤਸ਼ਾਹ ਦੇ ਸਿੱਖ ਵਾਸਤੇ ਸਿੱਖਿਆਦਾਇਕ ਬਚਨ ਉਪਦੇਸ਼ ਨੇ। ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਇੱਥੇ ਜਿਹੜਾ ਉਹਨਾਂ ਪੁੱਛਿਆ ਕਿ ਕਿਹਾ ਕਿ ਮਹਾਰਾਜ ਕਿ ਇਹੋ ਜਿਹਾ ਉਪਦੇਸ਼ ਦੇਵੋ ਜਿਸ 'ਤੇ ਅਪਰਨ ਕਰਤਵ ਰਹੇ। ਹੋਰ ਕਰਤਵ ਬਹੁਤ ਸਾਰੇ ਸਨ। ਕੋਈ ਤੀਰਥ ਯਾਤਰਾ 'ਤੇ ਤੁਰਿਆ ਫਿਰਦਾ ਸੀ, ਕੋਈ ਧੂਣੇ ਤਾਏ ਬੈਠਾ ਸੀ, ਕੋਈ ਜਲ ਧਾਰੇ ਕਰਦਾ ਸੀ, ਕੋਈ ਵਰਤ ਰੱਖ ਰਿਹਾ ਸੀ, ਕੋਈ ਪਿਤਰਾਂ ਦੀ ਪੂਜਾ ਕਰਦਾ ਸੀ, ਕੋਈ ਦੇਵੀ ਦੇਵਤਿਆਂ ਦੀ ਕਿਰਤ ਦੀ ਪੂਜਾ ਵਿੱਚ ਜੁੜਿਆ ਸੀ, ਕੋਈ ਸੱਪਾਂ ਨੂੰ ਪੂਜੀ ਜਾਂਦਾ ਸੀ, ਕੋਈ ਹਵਾ ਦੀ, ਕੋਈ ਅੱਗ ਦੀ। ਇਸ ਤਰ੍ਹਾਂ ਬਹੁਤ ਸਾਰੇ ਕਰਤੱਵ ਹੋਰ ਵੀ ਬਹੁਤ ਹਨ। ਉਹਨਾਂ ਤੋਂ ਬਚਾਅ ਵਾਸਤੇ ਨਾ ਬੇਨਤੀ ਕੀਤੀ ਕਿ ਉਹੋ ਜਿਹੇ ਕੰਮ ਕਰਨ ਦੀ ਕੋਈ ਲੋੜ ਨਾ ਰਹੇ। ਇਹੋ ਜਿਹਾ ਉਪਦੇਸ਼ ਦੇਵੋ ਜਿਹਨੂੰ ਸਰਵਣ ਕਰਕੇ ਕਮਾ ਕੇ ਕਲਿਆਣ ਹੋ ਜੇ। ਧਰੇ ਹਿਰਦੇ ਆਸ਼ੋ ਪਦ ਲਹੇ।
ਜਿਸ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕਰਕੇ ਜਿਹੜਾ ਅੱਛਾ ਪਦ ਹੈ ਕੇਵਲ ਮੋਕਸ਼ ਤੁਰੀਆ ਪਦ, ਉਸ ਨੂੰ ਪ੍ਰਾਪਤ ਕਰ ਸਕੀਏ। ਸ਼੍ਰੀ ਮੁਖ ਤੇ ਉਪਦੇਸ਼ ਬਖਾਨਾ, ਇੰਦਰੇ ਰੋਕੋ ਬਨ ਸਵਧਾਨਾ। ਸਵਾਸ ਸਵਾਸ ਸਿਮਰੋ ਅਠ ਜਾਮ, ਸਭ ਤੇ ਊਚ ਵਾਹਿਗੁਰੂ ਨਾਮ। ਇਹ ਉਪਦੇਸ਼ ਸਾਹਿਬਾਂ ਦਿੱਤਾ ਕਿ ਇੰਦਰੀਆਂ ਨੂੰ ਸਾਵਧਾਨ ਕਰਕੇ, ਸੁਚੇਤ ਕਰਕੇ ਸਵਾਸ ਸਵਾਸ ਅੱਠੇ ਪੈਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਿਆ ਕਰੋ, ਜਿਹੜਾ ਸਭ ਤੋਂ ਉੱਚਾ ਹੈ। ਜਦੋਂ ਤੁਸੀਂ ਇਹ ਵੇਖੋ ਕਿ ਤੁਹਾਡੀ ਬਿਰਤੀ ਬਾਹਰ ਮੁਖੀ ਹੋ ਗਈ ਹੈ, ਫੌਰਨ ਯਤਨ ਕਰਿਆ ਕਰੋ, ਸ਼ਬਦ ਦਾ ਉਚਾਰਨ ਕਰੋ, ਸ਼ਬਦ ਦਾ ਸ਼ਾਸਤਰ ਵਰਤ ਕਰਕੇ ਬਿਰਤੀ ਨੂੰ ਬਾਹਰ ਵੱਲੋਂ ਦੌੜਦੀ ਹੋਏ ਨੂੰ ਰੋਕ ਕੇ ਅੰਤਰਮੁਖ ਕਰੋ। ਰਾਖੋ ਪਰਚਾ ਸਤਿਗੁਰ ਬਾਣੀ, ਤਿਸ ਹੀ ਤੇ ਹੋਵਹੁ ਬ੍ਰਹਮ ਗਿਆਨੀ। ਸਤਿਗੁਰੂ ਦੀ ਬਾਣੀ ਨਾਲ ਪਰਚਾ ਰੱਖਣਾ, ਗੁਰੂ ਕੀ ਬਾਣੀ ਨਾਲ ਮੇਲ ਰੱਖਣਾ, ਸਾਂਝ ਰੱਖਣੀ। ਜਿਸ ਬਾਣੀ ਤੇ ਤੁਸੀਂ ਬਾਣੀ ਨੂੰ ਕਮਾਉਂਦਿਆਂ ਪੜ੍ਹਦਿਆਂ ਸੁਣਦਿਆਂ ਬ੍ਰਹਮ ਗਿਆਨੀ ਬਣ ਜਾਵੋਗੇ, ਬ੍ਰਹਮ ਅਵਸਥਾ ਦੇ ਧਾਰਨੀ ਹੋ ਜਾਓਗੇ। ਸਾਹਿਬਾਂ ਕੋਲੋਂ ਉਪਦੇਸ਼ ਸੁਣ ਕੇ ਸਿੱਖ ਕਮਾਉਣ ਲੱਗ ਪਏ। ਪੰਡਤਾਂ ਬ੍ਰਾਹਮਣਾਂ ਨੇ ਤਰਕਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਸੀਂ ਨਿੱਤ ਤੇ ਨਿਮਿੱਤ ਕਰਮ ਛੱਡ ਦਿੱਤੇ ਨੇ, ਤੁਸੀਂ ਭ੍ਰਿਸ਼ਟ ਹੋ ਗਏ ਹੋ। ਉਹ ਕਹਿਣ ਲੱਗੇ ਜਦੋਂ ਤੋਂ ਅਗਿਆਨ ਰੂਪੀ ਪਿਤਾ ਮਰ ਗਿਆ ਹੈ, ਬ੍ਰਹਮ ਗਿਆਨ ਰੂਪੀ ਪੁੱਤਰ ਘਰ ਵਿੱਚ ਜਨਮ ਪਿਆ ਹੈ। ਜੰਮਣ ਤੇ ਮਰਨ ਦਾ ਸਾਰਾ ਜਿਹੜਾ ਸੂਤਕ ਹੈ, ਸੂਤਕ ਪਾਤਕੋ, ਉਹ ਸਾਰਾ ਦੂਰ ਹੋ ਗਿਆ। ਕਰਮ ਕਾਂਡ ਸਾਰੇ ਮਿਟ ਗਏ। ਹੁਣ ਕੋਈ ਕਰਮ ਕਰਨ ਦੀ ਸਾਨੂੰ ਲੋੜ ਨਹੀਂ ਰਹੀ। ਜਿਹੜੇ ਤੁਹਾਡੇ ਮਿਥੇ ਹੋਏ ਕਰਮ ਨੇ, ਜਿਨ੍ਹਾਂ ਦੇ ਕਰਕੇ ਕਹਿੰਦੇ ਹੋ ਸੂਤਕ ਹੁੰਦਾ ਹੈ। ਸੋ ਸਤਿਗੁਰੂ ਦੀ ਆਗਿਆ ਹੈ ਕਿ ਸਵਾਸ ਦਾ ਸਿਮਰਨ ਕਰੋ। ਸਵਾਸ ਨਾਭੀ ਤੋਂ ਉੱਠਦਾ ਹੈ, ਨਾਸਾਂ ਰਾਹੀਂ ਬਾਹਰ ਆ ਕੇ ਸਵਾਸ ਖਤਮ ਹੋ ਜਾਂਦਾ। ਇਸ ਤਰ੍ਹਾਂ ਤਾਂ ਰੋਜ਼ਾਨਾ ਹੀ ਪਤਾ ਨਹੀਂ ਦਿਹਾੜੀ ਵਿੱਚ ਸਵਾਸ ਕਿੰਨੇ ਚੱਲਦੇ ਨੇ, ਵਿਦਵਾਨਾਂ ਗਿਣਤੀ ਲਿਖੀ ਹੈ ਵੱਖ ਵੱਖ। ਸੋ ਜਨਮ ਮਰਨ ਤਾਂ ਹਰ ਛਿਨ ਹੁੰਦਾ ਰਹਿੰਦਾ ਹੈ। ਸੋ ਸਾਨੂੰ ਸਾਡੇ ਸਤਿਗੁਰੂ ਨੇ ਨਾ ਵਹਿਮਾਂ ਭਰਮਾਂ ਪਖੰਡਾਂ ਕਰਮ ਕਾਂਡਾਂ ਤੋਂ ਬਚਾਇਆ ਹੈ। ਅਸੀਂ ਸਵਾਸ ਸਵਾਸ ਮੈਂ ਨਾਮ ਆਧਾਰਾ, ਰਾਖਤ ਹੈ ਸਤਿਗੁਰੂ ਉਚਾਰਾ। ਹਰ ਸਾਹ ਦੇ ਨਾਲ ਗੁਰੂ ਦਾ ਆਸਰਾ ਧਾਰਨ ਕਰਕੇ ਰੱਖਦੇ ਹਾਂ। ਇਹ ਸਾਡੇ ਸਤਿਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਬ੍ਰਾਹਮਣ ਪੰਡਤ ਸੁਣ ਕੇ ਚੁੱਪ ਹੋ ਗਏ। ਉਹਨਾਂ ਕੋਲ ਅੱਗੇ ਕੋਈ ਦਲੀਲ ਨਹੀਂ ਸੀ, ਕੋਈ ਹੋਰ ਵਿਚਾਰ ਨਹੀਂ ਸੀ ਕਹਿਣ ਵਾਸਤੇ, ਉਹ ਚੁੱਪ ਹੋ ਗਏ। ਇੱਕ ਸਾਖੀ ਭਾਈ ਸਾਹਿਬ ਨੇ ਆਰੰਭ ਕੀਤੀ, ਜਿਹਦੀ ਕੱਲ ਵਿਚਾਰ ਚੱਲ ਰਹੀ ਸੀ। ਗੁਰੂ ਕੇ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਚੱਲ ਕਰਕੇ ਆਏ ਨੇ, ਜਿਨ੍ਹਾਂ ਦੇ ਨਾਮ ਸਨ ਭਾਈ ਤਲੋਕਾ ਤੇ ਭਾਈ ਤੋਤਾ। ਦਰਸ਼ਨ ਕੀਤੇ, ਚਰਨਾਂ ਤੇ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ, ਸ਼੍ਰੀ ਸਤਿਗੁਰੂ ਉਪਦੇਸ਼ ਤੁਮਾਰਾ। ਤੁਹਾਡਾ ਜਿਹੜਾ ਉਪਦੇਸ਼ ਹੈ ਉਹ ਹੈ ਵਾਹਿਗੁਰੂ ਵਿੱਚ ਲਿਵ ਲਾ ਕੇ ਬਿਰਤੀ ਜੋੜ ਕੇ ਸਿਮਰਨ ਕਰਨਾ। ਇਸ ਤਰੀਕੇ ਨਾਲ ਨਰਕਾਂ ਦੇ ਵਿੱਚ ਜੀਵ ਨਹੀਂ ਪੈਂਦਾ। ਸਾਨੂੰ ਇਹ ਵਿਸ਼ਵਾਸ ਹੈ, ਪਰ ਕੁਛ ਲੋਕ ਬ੍ਰਾਹਮਣ ਪੰਡਤ ਤਰਕਾਂ ਕਰਦੇ ਨੇ ਕਿ ਜੇਕਰ ਸਿਮਰਨ ਕੀਤਿਆਂ ਨਰਕਾਂ ਤੋਂ ਬਚਿਆ ਜਾਂਦਾ ਹੋਵੇ ਤੇ ਫਿਰ ਨਰਕ ਸੁਰਗ ਬਣਾਉਣ ਦੀ ਲੋੜ ਕੀ ਸੀ। ਉਹ ਇਹੋ ਜਿਹੀਆਂ ਤਰਕਾਂ ਕੁਤਰਕਾਂ ਕਰਦੇ ਨੇ। ਰਾਮ ਨਾਮ ਤਾਂ ਸਾਰਾ ਸੰਸਾਰ ਹੀ ਲੈਂਦਾ ਹੈ, ਫਿਰ ਉਹਨਾਂ ਨੂੰ ਨਰਕਾਂ ਵਿੱਚ ਕਿਉਂ ਪਾਇਆ ਜਾਂਦਾ ਹੈ। ਸੋ ਇਹੋ ਜਿਹੀਆਂ ਤਰਕਾਂ ਉਹਨਾਂ ਕੀਤੀਆਂ ਕਿ ਜੇਕਰ ਇਹ ਗੱਲ ਸੱਚੀ ਹੈ, ਜੇ ਉਹ ਤੁਸੀਂ ਕਹਿੰਦੇ ਹੋ ਕਿਉਂ ਪ੍ਰਭ ਨਰਕ ਬਨਾਵਨ ਚਾਹੇ, ਸਗਰੇ ਮੁਕਤ ਪਾਏ ਜਪ ਰਾਮ ਨਿਸ਼ਪਲ ਕਰੇ ਸੁਰਗ ਕੇ ਧਾਮ। ਅੱਗੇ ਭਾਈ ਸਾਹਿਬ ਜੀ ਜਿਵੇਂ ਸੁਣਾ ਰਹੇ ਨੇ, ਸ਼ਰਧਾ ਭਾਵਨਾ ਦੇ ਸਹਿਤ ਸਰਵਨ ਕਰੀਏ ਜੀ। ਨਰਕ ਸੁਰਗ ਦੋਨੋਂ ਨਹੀਂ ਚਾਹੀਏ, ਜਿਸ ਮਰਨ ਤੇ ਮੁਕਤੀ ਲਹੀਐ। ਉਹਨਾਂ ਪੰਡਤਾਂ ਨੇ ਮਹਾਰਾਜ ਸਾਨੂੰ ਇਹ ਆਖਿਆ ਹੈ, ਉਹਨਾਂ ਇਹ ਤਰਕ ਕੀਤੀ ਹੈ ਕਿ ਜੇਕਰ ਸਿਮਰਨ ਕਰਨ ਕਰਕੇ ਮੁਕਤੀ ਲੈ ਲਈਦੀ ਪ੍ਰਾਪਤ ਹੋ ਜਾਂਦੀ ਹੈ ਤੇ ਫਿਰ ਨਰਕ ਤੇ ਸੁਰਗ ਜਿਹੜੇ ਨੇ ਤਾਂ ਦੋਵੇਂ ਨਹੀਂ ਚਾਹੀਦੇ, ਦੋਵੇਂ ਨਹੀਂ ਸਨ ਬਣਨੇ ਚਾਹੀਦੇ। ਸੋਨ ਸ਼੍ਰੀ ਮੁਖ ਤੇ ਬਾਕ ਉਚਾਰੀ,
ਨਿਸ਼ਚੈ RAM ਜਪਤ ਹੈ ਸਾਰੇ। ਸਿੱਖਾਂ ਦੇ ਕੋਲੋਂ ਇਹ ਬੇਨਤੀ ਸੁਣ ਕੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸੁਭਾਏਮਾਨ ਮੁਖ ਤੋਂ ਬਚਨ ਉਚਾਰੇ। ਸਾਹਿਬ ਕਹਿਣ ਲੱਗੇ ਨਿਸ਼ਚੈ ਯਕੀਨਨ RAM ਜਪਤ ਹੈ ਸਾਰੇ, ਸਾਰੇ ਹੀ RAM ਜਪਦੇ ਹੋ। ਕਿਹੋ ਜਿਹਾ RAM ਜਪਦੇ ਨੇ? ਜਿਹਦਾ ਕੱਲ ਜ਼ਿਕਰ ਕੀਤਾ ਸੀ ਬਾਣੀ ਵਿੱਚ, ਉਹ ਜ਼ਿਕਰ ਹੈ RAM RAM ਸਭ ਕੋ ਕਹਿ RAM ਨਾ ਹੋਏ, ਗੁਰ ਪ੍ਰਸਾਦੀ RAM ਮਨ ਵਸੇ ਤਾਂ ਫਲ ਪਾਵੇ ਕੋਏ। ਕਬੀਰ ਰਾਮੇ RAM ਕਹੋ ਕਹਿਬੇ ਮਾਹਿ ਬਵੇਕ, ਏਕ ਅਨੇਕੇ ਮਿਲ ਗਿਆ ਏਕ ਸਮਾਨਾ ਏਕ। ਇਹੋ ਜਿਹੀ ਬਿਰਤੀ ਰੱਖ ਕਰਕੇ ਬੜੇ ਕਹਿੰਦੇ ਜਿਹੜੇ ਕੇਵਲ ਮੂੰਹ ਤੋਂ ਕਹਿੰਦੇ ਨੇ, ਵਾਚਕ ਨਾਮ ਜਪਦੇ ਨੇ, ਹਿਰਦੇ ਵਿੱਚ ਨਹੀਂ ਵਸਾਉਂਦੇ। ਸੋ ਇਸ ਤਰ੍ਹਾਂ ਬਾਹਰੋਂ RAM ਜਪਣ ਵਾਲੇ ਬਹੁਤ ਹਨ ਜਿਹੜੇ ਆਪਣੇ ਮੂੰਹ ਦੁਆਰਾ ਨਾਮ ਲੈਂਦੇ ਹਨ, ਪ੍ਰਮਾਤਮਾ ਦੇ ਨਾਮ ਜਪਦੇ ਹਨ, ਕਈ ਨਾਮਾਂ ਦਾ ਉਚਾਰਨ ਕਰਦੇ ਹਨ। ਨਹਿ ਪ੍ਰਤੀਤਾਰ ਮਨ ਨਾ ਇਕਾਗਰ, ਕਿਮ ਕਲਿਆਣ ਪਾਏ ਉਜਾਗਰ। ਉਹਨਾਂ ਦੇ ਮਨ ਵਿੱਚ ਨਾਮ ਦੀ ਪ੍ਰਤੀਤ ਨਹੀਂ ਹੈ, ਭਰੋਸਾ ਨਹੀਂ ਹੈ। ਨਾਮ ਜਪਣ ਵਾਲੇ ਨੂੰ ਪਹਿਲਾਂ ਨਾਮ ਤੇ ਭਰੋਸਾ ਹੋਵੇ, ਵਿਸ਼ਵਾਸ ਨਿਸ਼ਚਾ ਹੋਵੇ ਕਿ ਮੈਂ ਜਿਹੜਾ ਨਾਮ ਜਪ ਰਿਹਾ ਹਾਂ ਮੇਰੀ ਕਲਿਆਣ ਕਰਨ ਵਾਲਾ ਹੈ, ਮੇਰਾ ਭਲਾ ਕਰਨ ਵਾਲਾ, ਮੈਨੂੰ ਸੁੱਖ ਦੇਣ ਵਾਲਾ। ਭਰੋਸਾ ਹੀ ਨਹੀਂ ਤੇ ਲਾਭ ਕੀ ਹੋਵੇਗਾ? ਸਾਰੀ ਖੇਡ ਹੀ ਭਰੋਸੇ ਦੀ ਹੈ। ਬਾਣੀ ਵਿੱਚ ਲਿਖਿਆ ਹੈ ਕਿ ਜਿਹੋ ਜੀ ਭਾਵਨਾ ਹੋਵੇ, ਭਰੋਸਾ ਹੋਵੇ, ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ। ਭਰੋਸਾ ਨਹੀਂ ਤੇ ਕੁਛ ਹਾਸਲ ਨਹੀਂ ਹੁੰਦਾ। ਪਹਿਲੀ ਗੱਲ ਭਰੋਸਾ ਨਹੀਂ, ਅਗਲੀ ਗੱਲ ਮਨ ਇਕਾਗਰ ਨਹੀਂ, ਮਨ ਖਿੰਡਿਆ ਹੋਇਆ ਹੈ। ਨਹਿ ਪ੍ਰਤੀਤ ਆਰ ਮਨ ਨਾ ਇਕਾਗਰ, ਨਾ ਸਿਮਰਨ ਵਿੱਚ ਮਨ ਜੁੜਦਾ ਹੈ, ਮਨ ਵੀ ਇਕਾਗਰ ਨਹੀਂ ਹੈ ਤੇ ਮਨ ਦੇ ਵਿੱਚ ਭਰੋਸਾ ਪ੍ਰਤੀਤ ਵੀ ਨਹੀਂ ਹੈ ਪਰਮਾਤਮਾ ਦੇ ਨਾਮ ਦੇ ਵਿੱਚ। ਕਿਮ ਕਲਿਆਣ ਹੈ ਪਾਏ ਉਜਾਗਰ। ਪ੍ਰਗਟ ਪ੍ਰਸਿੱਧ ਤੌਰ ਤੇ ਤੁਸੀਂ ਦੱਸੋ ਸਿੱਖੋ, ਇਹੋ ਜਿਹਾ ਵਿਅਕਤੀ ਕਿਵੇਂ ਕਲਿਆਣ ਪਾ ਸਕਦਾ? ਉਹ ਕਿਵੇਂ ਮੁਕਤ ਹੋ ਸਕਦਾ? ਭਾਵ ਇਹੋ ਜਿਹੇ ਮਨੁੱਖ ਨੂੰ ਮੁਕਤੀ ਨਹੀਂ ਮਿਲਦੀ ਜਿਹਨੂੰ ਨਾਮ ਤੇ ਭਰੋਸਾ ਨਹੀਂ, ਜਿਹਦਾ ਮਨ ਇਕਾਗਰ ਨਹੀਂ। ਇਸ ਤਰੀਕੇ ਨਾਲ ਭਾਵੇਂ ਕੋਈ ਮੂੰਹ ਨਾਲ ਨਾਮ ਜਪੀ ਵੀ ਜਾਵੇ, ਪਰ ਨਾਮ ਤੇ ਵਿਸ਼ਵਾਸ, ਭਰੋਸਾ ਤੇ ਮਨ ਦੀ ਇਕਾਗਰਤਾ ਨਾ ਬਣ ਕਰਕੇ ਉਸ ਨੂੰ ਮੁਕਤੀ ਦੀ ਪ੍ਰਾਪਤੀ, ਕਲਿਆਣ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਹੋ ਦਿਜਨ ਸੰਗ ਇਹ ਬਿਰਤਾਂਤ, ਰਾਖਸ਼ ਗਹਿ ਮਰਦਾਨਾ ਜਾਤ। ਸਿੱਖੋ, ਜਦੋਂ ਹੁਣ ਤੁਹਾਨੂੰ ਕੋਈ ਤਰਕ ਕਰਕੇ ਐਸਾ ਕਵੇ ਨਾ, ਤੁਸੀਂ ਇੱਕ ਇਤਿਹਾਸਕ ਹਵਾਲਾ ਯਾਦ ਰੱਖਿਓ, ਉਹ ਸੁਣਾ ਦਿਓ ਜੀ ਉਹਨਾਂ ਨੂੰ, ਤੇ ਉਹਨਾਂ ਨੂੰ ਕਹੋ ਕਿ ਜੇਕਰ ਪ੍ਰੀਖਿਆ ਕਰਨੀ ਤੇ ਅਸੀਂ ਤਿਆਰ ਹਾਂ, ਪ੍ਰੀਖਿਆ ਕਰ ਲਿਓ। ਉਹ ਇਤਿਹਾਸਕ ਹਵਾਲਾ ਇਹ ਹੈ ਕਿ ਰਾਖਸ਼ ਗਏ ਹੋ ਮਰਦਾਨਾ ਜਾਤ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਿਆਰੇ ਪ੍ਰੇਮੀ ਗੁਰਸਿੱਖ ਗੁਰਮੁਖ, ਗੁਰੂ ਘਰ ਦੇ ਪਹਿਲੇ ਕੀਰਤਨੀਏ ਬਾਬਾ ਭਾਈ ਸਾਹਿਬ ਭਾਈ ਮਰਦਾਨਾ ਜੀ, ਉਹਨਾਂ ਨੂੰ ਜਦੋਂ ਇੱਕ ਵਾਰੀ ਜਾ ਰਹੇ ਸਨ ਤੇ ਕਿਸੇ ਰਾਖਸ਼ ਨੇ, ਜਿਹਦਾ ਨਾਮ ਕੌਡਾ ਕਰਕੇ ਲਿਖਿਆ ਹੈ, ਉਸ ਕੌਡੇ ਰਾਖਸ਼ ਨੇ ਉਹਨਾਂ ਨੂੰ ਫੜ ਲਿਆ ਸੀ। ਕਰਿਓ ਤੀਲ ਕੋ ਤਪਤ ਕਰਾਹਾ, ਤਿਸ ਮੈਂ ਕੌਡੇ ਪਾਵਨ ਚਾਹਾ। ਤੇ ਉਸ ਰਾਖਸ਼ ਨੇ ਤੇਲ ਦਾ ਕੜਾਇਆ ਜਿਹੜਾ ਸੀ ਤਪਾਇਆ ਸੀ, ਤੇ ਉਸ ਤਪਦੇ ਹੋਏ ਕੜਾਏ ਦੇ ਵਿੱਚ ਜਿਹੜਾ ਤੇਲ ਉਬਲ ਰਿਹਾ ਸੀ, ਭਾਈ ਮਰਦਾਨਾ ਨੂੰ ਤਿਸ ਮੈਂ ਕੌਡੇ ਰਾਖਸ਼ ਨੇ ਭਾਈ ਸਾਹਿਬ ਨੂੰ ਉਹਦੇ ਚ ਪਾ ਕਰਕੇ, ਤਲ ਕਰਕੇ ਤੇ ਉਹਨੂੰ ਖਾਣਾ ਚਾਹਿਆ ਸੀ। ਸ੍ਰੀ ਨਾਨਕ ਉਪਦੇਸ਼ਿਓ ਨਾਮ, ਸਿਮਰਿਓ ਮਰਦਾਨੇ ਸੁਖ ਧਾਮ। ਤੇ ਭਾਈ ਮਰਦਾਨਾ ਨਾਮ ਵਾਲਾ ਸੀ, ਨਾਮੀ ਪੁਰਸ਼ ਸੀ, ਨਾਮ ਜਪਣ ਵਾਲੀ ਆਤਮਾ ਗੁਰਮੁਖ ਸੀ। ਜਦੋਂ ਹੀ ਉਸ ਰਾਖਸ਼ ਕੌਡੇ ਨੇ ਭਾਈ ਸਾਹਿਬ ਜੀ ਨੂੰ ਤਪਦੇ ਹੋਏ ਉਬਲਦੇ ਤੇਲ ਦੇ ਕੜਾਏ ਵਿੱਚ ਪਾਇਆ, ਤੇ ਜੋ ਨਾਮ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨੇ ਭਾਈ ਸਾਹਿਬ ਜੀ ਨੂੰ ਬਖਸ਼ਿਆ ਸੀ ਨਾ, ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਉਹ ਨਾਮ ਯਾਦ ਕੀਤਾ, ਚੇਤੇ ਕੀਤਾ। ਜਿਹੜਾ ਸੁਖ ਧਾਮ, ਸੁੱਖਾਂ ਦਾ ਘਰ ਪਰਮਾਤਮਾ ਦਾ ਨਾਮ ਹੈ,
ਉਹ ਨਾਮ ਭਾਈ ਸਾਹਿਬ ਨੇ ਉਸ ਸਮੇਂ ਯਾਦ ਕੀਤਾ। ਤਤ ਛਿਨ ਸੀਤਲ ਭਇਓ ਕਰਾਹਾ, ਨਾਮ ਪ੍ਰਤਾਪ ਬਿਦਤ ਜਗ ਮਾਹਾ। ਜਦੋਂ ਭਾਈ ਮਰਦਾਨਾ ਨੇ ਆਖਿਆ ਸਤਨਾਮ ਵਾਹਿਗੁਰੂ ਧੰਨ ਗੁਰੂ ਨਾਨਕ, ਉਹ ਤਪਦਾ ਹੋਇਆ ਕੜਾਇਆ ਜਿਹੜਾ ਸੀ ਨਾ, ਤਤ ਛਿਨ ਸੀਤਲ ਭਇਓ, ਤਤ ਛਿਨ ਤੁਰੰਤ ਹੀ ਉਹ ਸੀਤਲ ਭਇਓ ਠੰਡਾ ਹੋ ਗਿਆ। ਉਹ ਉਬਲਦਾ ਹੋਇਆ ਤੇਲ ਦੇ ਨਾਲ ਗਰਮ ਕੜਾਇਆ ਜਿਹੜਾ ਸੀ ਉਹ ਠੰਡਾ ਸੀਤਲ ਹੋ ਗਿਆ। ਇਹ ਨਾਮ ਦਾ ਪ੍ਰਤਾਪ ਹੈ। ਨਾਮ ਪ੍ਰਤਾਪ ਬਿਦਤ ਜਗ ਮਾਹਾ। ਸੰਸਾਰ ਦੇ ਅੰਦਰ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦਾ ਪ੍ਰਤਾਪ, ਨਾਮ ਦੀ ਸੱਤਿਆ, ਨਾਮ ਦਾ ਬਲ ਸੰਸਾਰ ਦੇ ਵਿੱਚ ਪ੍ਰਗਟ ਪ੍ਰਸਿੱਧ ਹੈ। ਕਹੋ ਦਿਜਨ ਸੋ ਅਬ ਕੇ ਜਾਏ, ਜੀ ਤੁਮ ਸਿਮਰਿਓ RAM ਬਨਾਏ। ਤੇ ਹੁਣ ਜੇਕਰ ਬ੍ਰਾਹਮਣ ਤਰਕ ਕਰਨ ਕਿ ਅਸੀਂ ਵੀ RAM ਜਪਦੇ ਹਾਂ, ਤੇ ਫਿਰ ਉਹਨਾਂ ਪੰਡਤਾਂ ਦੇ ਤਾਈ ਤੁਸੀਂ ਹੁਣ ਜਾ ਕੇ ਆਖਿਓ ਕਿ ਜੇਕਰ ਤੁਸੀਂ ਵੀ ਬਣਾ ਕਰਕੇ ਪਰਮਾਤਮਾ ਦੇ RAM ਦੇ ਨਾਮ ਨੂੰ ਜਪਿਆ ਸਿਮਰਿਆ ਹੈ। ਕਰੋ ਤਪਾਵਨ ਤੇਲ ਕਰਾਹਾ, ਹਮ ਤੁਮ ਪਾਵੈ ਕਰ ਤਿਸ ਮਾਹਾ। ਤਾਂ ਇਸ ਤਰ੍ਹਾਂ ਕਰੋ ਕਿ ਤੇਲ ਦਾ ਕੜਾਇਆ ਤਾਵੋ, ਤੇਲ ਦਾ ਕੜਾਇਆ ਤਾ ਕਰਕੇ ਹਮ ਤੁਮ ਤੁਸੀਂ ਤੇ ਅਸੀਂ ਉਸ ਤਪਦੇ ਹੋਏ ਤੇਲ ਦੇ ਕੜਾਏ ਦੇ ਵਿੱਚ ਕਰ ਤੇ ਸਮਾਹੋ ਦੇ ਵਿੱਚ ਹੱਥ ਪਾਉਣਾ ਕਰਾਂਗੇ। ਇੱਕ ਸਮ ਸਭਨ RAM ਕੋ ਸਿਮਰਨ, ਤੋ ਅਬ ਮਿਲ ਕੈ ਕੀਜੈ ਪਰਖਨ। ਆਪਾਂ ਸਾਰੇ ਇੱਕ ਤਰ੍ਹਾਂ ਹੀ ਸਾਰੇ RAM ਦਾ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ, ਤਾਂ ਫਿਰ ਅਬ ਹੁਣ ਮਿਲ ਕਰਕੇ ਕੀਜੇ ਪਰਖਨ, ਪਰਖ ਕਰ ਲੈਂਦੇ ਹਾਂ ਕਿ ਤੁਹਾਡੇ ਨਾਮ ਜਪਣ ਵਿੱਚ ਤੇ ਸਾਡੇ ਨਾਮ ਜਪਣ ਵਿੱਚ ਕੀ ਅੰਤਰ, ਕੀ ਫਰਕ ਹੈ। ਇਹ ਪ੍ਰੀਖਿਆ ਫਿਰ ਹੁਣੇ ਹੋ ਜਾਵੇਗੀ। ਜੇਕਰ ਕੋਈ ਤਰਕ ਕਰੇ ਤੇ ਉਹਨੂੰ ਐਸਾ ਕਿਉਂ ਕਿ ਤੇਲ ਦਾ ਕੜਾਇਆ ਤਾ ਲਓ, ਮੈਂ ਤੇ ਤੁਸੀਂ ਹੱਥ ਪਾਉਂਦੇ ਹਾਂ, ਤੇ ਵੇਖਾਂਗੇ ਕਿ ਕਿਹੜਾ ਪਰਮਾਤਮਾ ਦਾ ਨਾਮ ਸਿਮਰਦਾ ਹੈ। ਜਗ ਤ੍ਰਿਸ਼ਨਾ ਮਹਿ ਤਪਤ ਕਰਾਹੇ, ਦਹੀਅਤ ਨਿਤ ਨਹਿ ਨਿਕਸਨ ਪਾਹੇ। ਹੋਰ ਸੁਣੋ ਸਿੱਖੋ, ਜਗ ਤ੍ਰਿਸ਼ਨਾ ਮਹਿ ਤਪਤ ਕਰਾਹੇ। ਤ੍ਰਿਸ਼ਨਾ ਰੂਪ ਤੱਤੇ ਕੜਾਏ ਦੇ ਵਿੱਚ ਸੰਸਾਰ ਜਿਹੜਾ ਨਾ ਇਹ ਤਪ ਰਿਹਾ, ਸੜ ਰਿਹਾ ਹੈ। ਚਾਹੀਏ ਦਈਅਤ ਨਿਤ, ਦਈਅਤ ਹੁੰਦਾ ਸੜਦਾ ਹੈ, ਨਿਤਾਂ ਪ੍ਰਤੀ ਸੜ ਰਿਹਾ ਹੈ। ਨ ਨਿਕਸਨ ਪਾਹੇ, ਇਹ ਤ੍ਰਿਸ਼ਨਾ ਰੂਪੀ ਤੱਤੇ ਕੜਾਏ ਵਿੱਚ ਸੜਦੇ ਹੋਏ ਜੀਵ ਨਿਕਲਣਾ ਨਹੀਂ ਪਾਉਂਦੇ। ਉਹਨਾਂ ਕੋਲ ਕੋਈ ਯਤਨ ਨਹੀਂ ਹੈ ਕਿ ਇਸ ਤ੍ਰਿਸ਼ਨਾ ਤੋਂ ਬਚ ਸਕਣ। ਗੁਰਮੁਖ ਕੋ ਗੁਰ ਬਖਸ਼ਹਿ ਨਾਮ, ਹਰ ਤ੍ਰਿਸ਼ਨਾ ਮਨ ਲਹਿ ਬਿਸਰਾਮ। ਤੇ ਜਿਸ ਨੂੰ ਸਤਿਗੁਰੂ ਪਾਤਸ਼ਾਹ ਨੇ ਨਾਮ ਬਖਸ਼ਿਆ ਉਹ ਗੁਰਮੁਖ ਹੈ। ਗੁਰਮੁਖ ਨੂੰ ਗੁਰੂ ਨੇ ਨਾਮ ਦੀ ਦਾਤ ਦਿੱਤੀ, ਜਿਹਦਾ ਮੂੰਹ ਗੁਰੂ ਵਾਲੇ ਪਾਸੇ ਹੈ। ਉਸ ਨੇ ਨਾਮ ਦੀ ਕਮਾਈ ਕੀਤੀ। ਜਿਸ ਨਾਮ ਦੀ ਕਮਾਈ ਸਦਕਾ ਹਰ ਤ੍ਰਿਸ਼ਨਾ, ਹਰ ਦਾ ਅਰਥ ਇੱਥੇ ਹੈ ਨਾਸ਼ ਹੋਗੀ, ਤ੍ਰਿਸ਼ਨਾ ਨਾਸ਼ ਹੋਗੀ। ਹਰ ਦਾ ਅਰਥ ਪਰਮਾਤਮਾ ਵੀ ਹੈ। ਹਰ ਦੇ ਅਰਥ ਬਹੁਤ ਸਾਰੇ ਹਨ। ਹਰ ਮਨੇ ਡੱਡੂ ਵੀ ਹੁੰਦਾ, ਹਰ ਮਨੇ ਵਿਸ਼ਨੂੰ, ਹਰ ਮਨੇ ਸ਼ਿਵ, ਹਰ ਮਨੇ ਬ੍ਰਹਮਾ। ਇੱਥੇ ਹਰ ਦਾ ਅਰਥ ਹੈ ਹਰ ਗਏ, ਨਾਸ਼ ਹੋ ਗਏ। ਤ੍ਰਿਸ਼ਨਾ ਵਰਗੇ ਜਿਹੜੇ ਰੋਗ ਸਨ ਉਹ ਤ੍ਰਿਸ਼ਨਾ ਮੁੱਕ ਗਈ। ਮਨ ਲਹਿ ਵਿਸਰਾਮ, ਮਨ ਜਿਹੜਾ ਹੈ ਵਿਸਰਾਮ ਪ੍ਰਾਪਤ ਕਰ ਲੈਂਦਾ, ਟਿਕਾ ਹਾਸਲ ਕਰ ਲੈਂਦਾ ਹੈ। ਜਦੋਂ ਗੁਰਮੁਖ ਨੂੰ ਗੁਰੂ ਸਾਹਿਬ ਨਾਮ ਦੀ ਦਾਤ ਦਿੰਦੇ ਨੇ, ਗੁਰਮੁਖ ਨਾਮ ਜਪਦਾ, ਕਮਾਈ ਕਰਦਾ, ਆਪਣੇ ਅੰਦਰੋਂ ਵਿਕਾਰਾਂ ਨੂੰ, ਤ੍ਰਿਸ਼ਨਾ ਨੂੰ ਖਤਮ ਕਰ ਲੈਂਦਾ ਹੈ। ਉਹਦਾ ਮਨ ਪੂਰਨ ਰੂਪ ਚ ਟਿਕ ਜਾਂਦਾ ਹੈ। ਸੁਨ ਕਰ ਸ਼੍ਰੀ ਗੁਰ ਤੇ ਸੋ ਗਏ, ਪੰਡਿਤ ਬ੍ਰਿੰਦ ਮਿਲਤ ਜਬ ਭਏ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲੋਂ ਉਪਦੇਸ਼ ਸਰਵਨ ਕਰਕੇ, ਸੁਣ ਕਰਕੇ ਉਹ ਗੁਰੂ ਕੇ ਸਿੱਖ ਭਾਈ ਤੋਤਾ ਜਿਹੜੇ ਸਤਿਗੁਰੂ ਪਾਤਸ਼ਾਹ ਦੇ ਪਾਸ ਆਏ ਸਨ, ਸਾਹਿਬਾਂ ਕੋਲੋਂ ਇਹ ਉਪਦੇਸ਼ ਸਿੱਖਿਆ ਸੁਣੀ, ਚਲੇ ਗਏ ਵਾਪਸ ਉਹਨਾਂ ਪੰਡਤਾਂ ਦੇ ਕੋਲ, ਜਿੱਥੇ ਬਹੁਤ ਸਾਰੇ ਪੰਡਤ ਮਿਲ ਕੇ ਇਕੱਠੇ ਹੋਏ ਸਨ। ਸਕਲ ਪ੍ਰਸੰਗ ਸੁਨਾਇਓ ਜਬੈ, ਸ਼ੰਕ ਮਾਨ ਦਿਜ ਹੋਇ ਕਰ ਤਬੈ। ਜਦੋਂ ਉਹਨਾਂ ਨੇ ਗੁਰੂ ਕੇ ਸਿੱਖਾਂ ਨੇ ਸਾਰਾ ਪ੍ਰਸੰਗ ਜਾ ਕੇ ਸੁਣਾਇਆ ਨਾ, ਭਾਈ ਮਰਦਾਨਾ ਜੀ ਵਾਲਾ ਜਿਵੇਂ ਤੇਲ ਦਾ ਕੜਾਇਆ ਠੰਡਾ ਹੋ ਗਿਆ ਸੀ,
ਜਦੋਂ ਉਹਨਾਂ ਇਹ ਸਾਰਾ ਪ੍ਰਸੰਗ ਸੁਣਿਆ ਤੇ ਨਾਲ ਕਹਿ ਦਿੱਤਾ ਹੁਣ ਤੇਲ ਦਾ ਕੜਾਇਆ ਫੇਰ ਤਾਓ ਤੇ ਫਿਰ ਆਪਾਂ ਹੱਥ ਪਾ ਕੇ ਵੇਖਣੇ ਕਿ ਪ੍ਰਮਾਤਮਾ ਦਾ ਨਾਮ ਕਿਹਨੇ ਜਪਿਆ ਹੈ। ਸ਼ੰਕ ਮਾਨਦ ਜਵੈ ਕਰ ਤਬੈ। ਤਦੋਂ ਕਹਿੰਦੇ ਇਹ ਪੰਡਤ ਜਿਹੜੇ ਸਨ ਸ਼ੰਕਾ ਵਾਲੇ, ਸ਼ੱਕ ਤੇ ਸੰਦੇਹ ਦੇ ਭਰੇ ਹੋਏ, ਕੜਾਏ ਦੇ ਵਿੱਚ ਹੱਥ ਪਾਉਣ ਤੋਂ ਡਰ ਗਏ ਕਿ ਜੇਕਰ ਗਰਮ ਕੜਾਏ ਵਿੱਚ ਹੱਥ ਪਾਇਆ ਤਾਂ ਸਾਡਾ ਤਾਂ ਬਚਣਾ ਕੁਛ ਨਹੀਂ, ਹੱਥ ਸੜਾ ਪਵਾਂਗੇ। ਇਸ ਤਰ੍ਹਾਂ ਇਹਨਾਂ ਦੇ ਮਨ 'ਚ ਬੜੀ ਇਹ ਸ਼ੰਕਾ ਆਈ ਕਿ ਸਾਡਾ ਤਾਂ ਹੱਥ ਜ਼ਰੂਰ ਸੜੇਗਾ। ਇਸ ਤਰ੍ਹਾਂ ਸ਼ੰਕਾ ਦੇ ਸਹਿਤ ਹੋ ਕੇ ਡਰ ਗਏ। ਪੂਰੇ ਭੈ ਹਾਥ ਨਹਿ ਕਾਲਾ, ਇਮ ਸਤ ਗੁਰੂ ਪ੍ਰਤਾਪ ਵਿਸਾਲਾ। ਇਹ ਕੂਰੇ ਭੈ ਝੂਠੇ ਹੋ ਗਏ। ਹਾਥ ਨੇ ਘਾਲਾ, ਤੇਲ ਦੇ ਕੜਾਏ 'ਚ ਇਹਨਾਂ ਨਹੀਂ ਹੱਥ ਪਾਇਆ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਵਿਸਾਲਾ। ਵਿਸਾਲਾ ਹੁੰਦਾ ਭਾਰੀ, ਵੱਡਾ, ਜ਼ਿਆਦਾ। ਗੁਰੂ ਸਾਹਿਬ ਦਾ ਭਾਰੀ ਪ੍ਰਤਾਪ ਹੈ, ਮਹਾਨ ਪ੍ਰਤਾਪ ਹੈ ਸਤਿਗੁਰੂ ਦਾ, ਸਤਿਗੁਰੂ ਦੇ ਨਾਮ ਦਾ, ਜਿਸ ਕਰਕੇ ਸਿੱਖਾਂ ਦੀ ਜੈ ਜੈਕਾਰ ਹੋਈ। ਤਰਕ ਕਰਨ ਤੇ ਕੀਨ ਸਮਾਨ, ਜਾਨੀ ਮਹਿਮਾ ਵੱਡ ਗੁਰ ਭਾਨ। ਤੇ ਜਿਹੜੇ ਪੰਡਤ ਬ੍ਰਾਹਮਣ ਰੋਜ਼ਾਨਾ ਹੀ ਤਰਕਾਂ ਕੁਤਰਕਾਂ ਕਰਦੇ ਰਹਿੰਦੇ ਸੀ, ਹੁਣ ਮੌਨ ਚੁੱਪ ਹੋ ਗਏ। ਹੁਣ ਇਹਨਾਂ ਦੰਦਨਾਂ ਪੈ ਗਈਆਂ, ਹੁਣ ਨਹੀਂ ਕੁਸਕਦੇ। ਜਾਨੀ ਮਹਿਮਾ ਵੱਡ ਗੁਰ ਭਾਉਣ। ਭਾਉਣ ਹੁੰਦਾ ਘਰ, ਗੁਰੂ ਦੇ ਘਰ ਦੇ ਬੜੀ ਵੱਡੀ ਮਹਿਮਾ ਜਾਣੀ ਕਿ ਗੁਰੂ ਨਾਨਕ ਦਾ ਘਰ ਵੱਡੀ ਮਹਿਮਾ ਵਾਲਾ। ਐਵੇਂ ਨਹੀਂ ਸੀ ਸਿੱਧਾ ਆਖਿਆ, ਸਿੱਧ ਬੋਲਣ ਸ਼ੁਭ ਬਚਨੀ, ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਵੱਡਾ ਪੁਰਖ ਪ੍ਰਗਟਿਆ ਕਲਯੁਗੇ ਅੰਦਰ ਜੋਤ ਜਗਾਈ। ਤੁਸੀਂ ਮਹਾਨ ਮਹਾਂਪੁਰਖ ਹੋ। ਇਹਨਾਂ ਪੰਡਤਾਂ ਨੂੰ ਵੀ ਸਮਝ ਪੈ ਗਈ ਜਾਨੀ ਮਹਿਮਾ, ਇਹਨਾਂ ਵੱਡੀ ਮਹਿਮਾ, ਭਾਰੀ ਮਹਿਮਾ ਜਾਣੀ ਕਿ ਵੱਡ ਗੁਰ ਭਾਉਣ, ਗੁਰੂ ਦਾ ਭਾਉਣ, ਗੁਰੂ ਦਾ ਘਰ ਬੜੀ ਵੱਡੀ ਸਮਰੱਥਾ ਤੇ ਸ਼ਕਤੀ ਦਾ ਮਾਲਕ ਸੱਤਿਆ ਵਾਲਾ ਹੈ। ਇਸ ਗੱਲ ਨੂੰ ਇਹਨਾਂ ਨੇ ਸਮਝ ਲਿਆ, ਜਾਣ ਲਿਆ। ਇੱਕ ਸਿੱਖ ਜੜੀਆ ਸਾਈਂ ਦਾਸ, ਕਰ ਗੁਰ ਨਮੋ ਬੈਠ ਕਰ ਪਾਸ। ਅਗਲੀ ਸਾਖੀ ਭਾਈ ਸਾਹਿਬ ਜੀ ਪ੍ਰਾਰੰਭ ਕਰ ਰਹੇ ਨੇ। ਇੱਕ ਸਿੱਖ ਭਾਈ ਸਾਈਂ ਦਾਸ ਜੜੀਆ ਜਾਤੀ ਹੈ, ਆਇਆ ਚੱਲ ਕੇ ਸਾਹਿਬਾਂ ਦੇ ਕੋਲ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕ ਕੇ ਸਾਹਿਬਾਂ ਦੇ ਹਜ਼ੂਰ ਬੈਠ ਗਿਆ। ਹਾਥ ਜੋਰ ਅਰਦਾਸ ਬਖਾਨੀ, ਮੈਂ ਬਹੁ ਸਿੱਖਨ ਸੇਵਾ ਠਾਨੀ। ਇਸ ਪ੍ਰੇਮੀ ਭਾਈ ਸਾਈਂ ਦਾਸ ਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ, ਮਹਾਰਾਜ ਮੈਂ ਬਹੁਤ ਸਾਰੇ ਆਪ ਜੀ ਦੇ ਸਿੱਖਾਂ ਦੀ ਸੇਵਾ ਠਾਨੀ, ਸੇਵਾ ਕਰਨਾ ਕੀਤੀ ਹੈ, ਬੜੇ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਹੈ। ਧਾਰਨ ਕਰਿਓ ਹਿਰਦੈ ਉਪਦੇਸ਼, ਸੀਵਾਂ ਤੁਮਰੇ ਚਰਨ ਹਮੇਸ਼। ਤੇ ਮਹਾਰਾਜ ਮੈਂ ਆਪ ਜੀ ਦਾ ਉਪਦੇਸ਼ ਜਿਹੜਾ ਹੈ ਹਿਰਦੇ ਵਿੱਚ ਧਾਰਨ ਕਰਦਾ, ਵਸਾ ਕਰਕੇ ਰੱਖਿਆ ਹੈ, ਤੇ ਆਪ ਜੀ ਦੇ ਚਰਨਾਂ ਦੀ ਹਮੇਸ਼ਾ ਹੀ ਸੇਵਾ ਕਰਦਾ ਹਾਂ। ਕਉ ਸ਼ਬਦ ਸੁਨਵੇ ਕੇ ਕਾਲ, ਨਹਿ ਮਨ ਠਹਿਰਤ ਚਪਲ ਵਿਸਾਲ। ਇਹ ਸਾਖੀਆਂ, ਇਹ ਵਾਰਤਾਵਾਂ ਇਉਂ ਜਾਪਦਾ ਹੈ ਕਿ ਜਿਵੇਂ ਅੱਜ ਦੇ ਸਾਡੇ ਮਨ ਦੀ ਹਾਲਤ ਬਿਆਨ ਕਰਦੀਆਂ ਨੇ। ਬੜੇ ਪ੍ਰੇਮੀਆਂ ਦਾ, ਸਿੱਖਾਂ ਦੇ ਮਨ ਦਾ ਇਹੀ ਸਵਾਲ ਹੁੰਦਾ ਜੀ, ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਮਨ ਭਟਕਦਾ ਰਹਿੰਦਾ। ਕਦੇ ਕਿਸੇ ਨੇ ਨਹੀਂ ਕਿਹਾ ਕਿ ਜਦੋਂ ਪੈਸਿਆਂ ਦੀ ਦੱਥੀ ਗਿਣਦੇ ਉਦੋਂ ਮਨ ਨਹੀਂ ਟਿਕਦਾ, ਉਦੋਂ ਤਾਂ ਇੱਕ ਅੱਧਾ ਨੋਟ ਖੱਬੇ ਸੱਜੇ ਨਹੀਂ ਹੋਣ ਦਿੰਦੇ, ਪੂਰਾ ਧਿਆਨ ਹੁੰਦਾ ਹੈ। ਪਰ ਸਿਮਰਨ ਕਰਨ ਲੱਗਿਆ, ਬਾਣੀ ਪੜ੍ਹਨ ਲੱਗੇ ਮਨ ਨਹੀਂ ਟਿਕਦਾ। ਕਦੇ ਕਿਸੇ ਦੇ ਕੋਲੋਂ ਨਹੀਂ ਸੁਣਿਆ ਕਿ ਮੇਰਾ ਪੁੱਤਰ ਵਿੱਚ ਮਨ ਨਹੀਂ ਲੱਗਦਾ, ਧੀ ਵਿੱਚ ਨਹੀਂ ਲੱਗਦਾ, ਇਸਤਰੀ ਵਿੱਚ ਨਹੀਂ ਲੱਗਦਾ, ਘਰ ਵਿੱਚ ਮਨ ਨਹੀਂ ਲੱਗਦਾ। ਕਿੱਥੇ ਨਹੀਂ ਮਨ ਲੱਗਦਾ? ਨਾਮ ਵਿੱਚ ਨਹੀਂ ਲੱਗਦਾ, ਬਾਣੀ ਵਿੱਚ ਨਹੀਂ ਲੱਗਦਾ। ਇਹ ਜਿਹੜਾ ਸਿੱਖ ਸੀ ਇਹਨੇ ਬੇਨਤੀ ਕੀਤੀ, ਮਹਾਰਾਜ ਜਦੋਂ ਸ਼ਬਦ ਸੁਣਦਾ ਨਾ, ਬਾਣੀ ਸੁਣਦਾ ਹਾਂ, ਬਾਣੀ ਸੁਣਨ ਦੇ ਕਾਲ ਹੁੰਦਾ ਸਮਾਂ, ਤਉ ਸ਼ਬਦ ਸੁਣਬੇ ਕੇ ਕਾਲ। ਜਦੋਂ ਸ਼ਬਦ ਨੂੰ ਸੁਣਨ ਦਾ ਸਮਾਂ ਹੁੰਦਾ ਨਾ, ਬਾਣੀ ਸੁਣਦਾ ਹਾਂ, ਨਹਿ ਮਨ ਠਹਿਰ ਹੈ ਠਹਿਰਤ ਚਪਲ ਵਿਸਾਲ। ਮਨ ਨਹੀਂ ਠਹਿਰਦਾ, ਚਪਲ ਹੁੰਦਾ ਚੰਚਲ, ਵਿਸਾਲ ਕਹੀਏ ਬਹੁਤਾ।
ਇਹ ਮਨ ਇੰਨਾ ਜ਼ਿਆਦਾ ਚੰਚਲ ਹੈ ਕਿ ਮਨ ਜਿਹੜਾ ਹੈ ਬਾਣੀ ਵਿੱਚ ਨਾਮ ਸਿਮਰਨ ਵਿੱਚ ਠਹਿਰਦਾ ਨਹੀਂ, ਟਿਕਦਾ ਨਹੀਂ ਹੈ। ਆਪ ਕਹਿਓ ਮਨ ਕਰੋ ਇਕਾਗਰ, ਪਠੋ ਸੁਨੋ ਗੁਰ ਸ਼ਬਦ ਉਜਾਗਰ। ਤੇ ਆਪ ਜੀ ਤਾਂ ਕਹਿੰਦੇ ਹੋ ਕਿ ਮਨ ਇਕਾਗਰ ਕਰਿਆ ਕਰੋ, ਸਿੱਖੋ, ਮਨ ਨੂੰ ਟਿਕਾਓ, ਮਨ ਜਿਹੜਾ ਹੈ ਸਥਿਰ ਕਰੋ, ਮਨ ਨੂੰ ਟਿਕਾ ਕਰਕੇ ਪਠੋ ਸੁਨੋ ਗੁਰ ਸ਼ਬਦ ਉਜਾਗਰ। ਉਜਾਗਰ ਹੁੰਦਾ ਪ੍ਰਤੱਖ, ਪ੍ਰਗਟ। ਸਤਿਗੁਰੂ ਦਾ ਸ਼ਬਦ ਜਿਹੜਾ ਨਾ ਮਨ ਨੂੰ ਟਿਕਾ ਕਰਕੇ ਪੜ੍ਹਿਆ ਤੇ ਸੁਣਿਆ ਕਰੋ। ਆਪ ਜੀ ਤਾਂ ਐਸਾ ਉਪਦੇਸ਼ ਕਰਦੇ ਹੋ। ਸੁਨ ਸ਼੍ਰੀ ਮੁਖ ਤੇ ਯਤਨ ਬਤਾਇਓ, ਮਨ ਗਤ ਕੋ ਅਬ ਤੋ ਲਖ ਪਾਇਓ। ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿੱਖ ਦੀ ਇਹ ਅਰਦਾਸ ਸੁਣੀ। ਭਾਵਨਾਵਾਂ ਦੀ ਕਦਰ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਯਤਨ ਵੀ ਦੱਸ ਦਿੱਤਾ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖਾ ਪਹਿਲਾਂ ਤੈਨੂੰ ਇਸ ਗੱਲ ਦਾ ਭੋਰਾ ਵੀ ਧਿਆਨ ਨਹੀਂ, ਪਤਾ ਨਹੀਂ ਸੀ ਕਿ ਮਨ ਜਿਹੜਾ ਕਦੀ ਬਾਹਰ ਜਾਂਦਾ ਕਦੀ ਅੰਦਰ ਆਉਂਦਾ ਹੈ। ਮਨ ਗਤ ਕਉ, ਗਤ ਹੁੰਦਾ ਹਾਲਤ, ਚਾਲ, ਅਵਸਥਾ। ਮਨ ਦੀ ਜਿਹੜੀ ਗਤੀ ਚਾਲ ਹੈ, ਉਸ ਚਾਲ ਕਉ ਨੂੰ ਅਬ ਤਉ ਲਖ ਪਾਇਓ, ਤੂੰ ਹੁਣ ਲਖ ਪਾਇਓ ਦਾ ਅਰਥ ਕੀ ਜਾਣ ਲਿਆ ਹੈ। ਤੈਨੂੰ ਹੁਣ ਪਤਾ ਲੱਗਾ ਹੈ ਕਿ ਮਨ ਜਿਹੜਾ ਹੈ ਸ਼ਬਦ ਵਿੱਚ ਨਹੀਂ ਲੱਗਦਾ। ਜਦੋਂ ਬਾਣੀ ਪੜ੍ਹਨ ਲੱਗਦੇ ਹਾਂ, ਤਰ੍ਹਾਂ ਤਰ੍ਹਾਂ ਦੇ ਸੰਕਲਪ ਵਿਕਲਪ ਫੁਰਨੇ ਉਤਰਾ ਚੜਾ ਚੱਲਦੇ ਨੇ। ਇਹ ਗੱਲ ਤੇ ਤੈਨੂੰ ਹੁਣ ਹੀ ਸਮਝ ਪਈ ਹੈ। ਹਾਂ, ਇੰਨਾ ਤਾਂ ਤੈਨੂੰ ਪਤਾ ਲੱਗ ਗਿਆ ਨਾ ਕਿ ਜਿਹੜਾ ਮਨ ਹੈ ਇਹ ਟਿਕਦਾ ਨਹੀਂ ਹੈ। ਹੁਣ ਤੂੰ ਮਨ ਦੀ ਹਾਲਤ ਨੂੰ ਸਮਝਿਆ ਹੈ। ਟਿਕੈ ਕਿ ਨਹੀਂ ਜਾਨ ਸਭ ਲੀਨੋ, ਇਸ ਬਿਦ ਕੋ ਪੂਰਬ ਨਹਿ ਚੀਨੋ। ਤੇ ਹੁਣ ਤੈਨੂੰ ਇਹ ਤਾਂ ਪਤਾ ਲੱਗ ਗਿਆ ਨਾ ਕਿ ਮਨ ਟਿਕਦਾ ਹੈ ਜਾਂ ਨਹੀਂ ਟਿਕਦਾ। ਪਰੰਤੂ ਪਹਿਲਾਂ ਕੁਝ ਸਾਲ ਤੈਨੂੰ ਇਸ ਗੱਲ ਬਾਰੇ ਪਤਾ ਸੀ, ਮਨ ਬਾਰੇ, ਕਿ ਮਨ ਵੀ ਟਿਕਦਾ ਹੁੰਦਾ ਹੈ, ਮਨ ਵੀ ਇਕਾਗਰ ਹੁੰਦਾ ਹੈ, ਨਹੀਂ ਸੀ ਨਾ ਪਤਾ। ਇਸ ਬਿਦ ਕੋ ਪੂਰਬ ਨਹਿ ਚੀਨੋ, ਇਸ ਵਿਧ ਕੋ, ਇਸ ਵਿਧੀ ਨੂੰ, ਇਸ ਢੰਗ, ਇਸ ਤਰੀਕੇ ਨੂੰ ਪੂਰਬ ਨੇ ਚੀਨੋ, ਤੋਂ ਪਹਿਲਾਂ ਨਹੀਂ ਸੀ ਚੀਨਿਆ, ਜਾਣਨਾ ਕੀਤਾ, ਪਹਿਲਾਂ ਨਹੀਂ ਸੀ ਪਤਾ ਤੈਨੂੰ ਇਸ ਗੱਲ ਬਾਰੇ। ਪਰ ਜਦੋਂ ਦਾ ਤੂੰ ਸ਼ਬਦ ਸੁਣ ਲੱਗਾ, ਅਭਿਆਸ ਕਰਨ ਲੱਗਾ ਹੈ, ਉਦੋਂ ਤੈਨੂੰ ਮਨ ਦੀ ਗਤੀ, ਮਨ ਦੀ ਚਾਲ, ਮਨ ਦੀ ਹਾਲਤ ਜਿਹੜੀ ਹੈ ਇਹ ਸਮਝ ਪੈਣ ਲੱਗ ਪਈ ਹੈ। ਉਦੋਂ ਦਾ ਤੂੰ ਮਨ ਦਾ ਸੁਭਾਅ ਜਾਣਿਆ ਹੈ। ਜਬ ਮਨ ਜਾਏ ਕਿਤੈ ਲਖ ਪਾਵੋ, ਤਬ ਤਿਸ ਮਿਥਿਆ ਵਸਤ ਦਿਖਾਵੋ। ਤੈਨੂੰ ਅਸੀਂ ਮਨ ਨੂੰ ਟਿਕਾਉਣ ਦਾ ਯਤਨ ਦੱਸਣ ਲੱਗੇ ਹਾਂ, ਧਿਆਨ ਦੇ ਨਾਲ ਸੁਣੀ। ਜਦੋਂ ਤੂੰ ਇਹ ਵੇਖੇ ਨਾ ਕਿ ਮਨ ਜਿਹੜਾ ਹੈ ਟਿਕ ਨਹੀਂ ਰਿਹਾ, ਟਿਕੇ ਕਿ ਨਹੀਂ ਜਾਣ, ਜਦੋਂ ਟਿਕੇ ਕਿ ਨਹੀਂ ਜਾਣ ਸਭ ਲੀਨੋ, ਇਹ ਤੂੰ ਜਾਣ ਲਿਆ ਕਿ ਮਨ ਟਿਕਦਾ ਜਾਂ ਨਹੀਂ ਟਿਕਦਾ। ਜਬ ਮਨ ਜਾਏ ਕਿਤੇ ਲਖ ਪਾਵੋ, ਜਦੋਂ ਤੂੰ ਇਹ ਜਾਣ ਲਵੇਂ ਕਿ ਮੇਰਾ ਮਨ ਜਿਹੜਾ ਕਿਤੇ ਜਾ ਰਿਹਾ ਹੈ, ਕਿਸੇ ਹੋਰ ਵਸਤੂ ਦੇ ਵਿੱਚ ਖਚਤ ਹੋ ਰਿਹਾ ਹੈ, ਉਦੋਂ ਕੀ ਕਰਨਾ ਹੈ? ਤਬ ਤਿਸ ਮਿਥਿਆ ਵਸਤ ਦਿਖਾਓ, ਤਦੋਂ ਇਸ ਮਨ ਨੂੰ ਮਿਥਿਆ ਝੂਠੀ ਵਸਤੂ ਵਿਖਾਉਣੀ ਹੈ। ਝੂਠੀ ਵਸਤੂ ਕਿਹੜੀ ਹੈ? ਕਿਸੇ ਮੁਰਦਾ ਸਰੀਰ ਦਾ ਦਰਸ਼ਨ ਕਰਵਾ ਦੇਵੀਂ, ਪਤਾ ਲੱਗ ਜਾਏਗਾ ਕਿ ਤੇਰੀ ਔਕਾਤ ਕਿੰਨੀ, ਕਿ ਇੱਕ ਦਿਨ ਤੂੰ ਵੀ ਇਸੇ ਤਰ੍ਹਾਂ ਪੈਣਾ। ਆਪਣਿਆਂ ਤੋਂ ਜਾ ਚੁੱਕਿਆਂ ਬਾਰੇ ਧਿਆਨ ਦਵਾ ਦਵੀਂ, ਫਰੀਦਾ ਕਿੱਥੇ ਤੈਡੇ ਮਾਪਿਆਂ, ਜਿੰਨੀ ਤੂੰ ਜਨਿਓ ਹੈ, ਤੈ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤੀ ਨੋ ਹੈ। ਤੈਨੂੰ ਅਜੇ ਭਰੋਸਾ ਹੀ ਨਹੀਂ ਆਇਆ, ਤੂੰ ਅਜੇ ਭਤੀਜਿਆ ਹੀ ਨਹੀਂ ਹੈ ਕਿ ਮੈਂ ਵੀ ਜਾਣਾ। ਸੰਸਾਰ ਦੀਆਂ ਜਿਹੜੀਆਂ ਝੂਠੀਆਂ ਵਸਤੂਆਂ ਇਹਨੂੰ ਵਿਖਾ ਦੇਵੋ। ਵੇਖੋ ਕਿ ਇੱਕ ਸਾਜਨ ਚੱਲੇ, ਇੱਕ ਚੱਲ ਗਏ, ਰਹਿੰਦੇ ਫੀਫੁਨ ਜਾਹੇ, ਜੈਸਾ ਸੁਪਨਾ ਰੈਨ ਕਾ ਤੈਸਾ ਸੰਸਾਰ। ਸੰਸਾਰ ਸੁਪਨੇ ਦੀ ਨਿਆਈ ਹੈ। ਬਿਨਸਤ ਬਾਰ ਨਾ ਲੱਗ ਗਈ, ਜਿਉਂ ਕਾਗਦ ਬੂੰਦਾਰ, ਜਿਵੇਂ ਕਾਗਜ਼ ਦੇ ਉੱਪਰ ਚਾਰ ਕਣੀਆਂ ਪੈ ਜਾਣ, ਬਰਸਾਤ ਹੋ ਜੇ ਤੇ ਕਾਗਜ਼ ਗਲ ਜਾਂਦਾ, ਸਰੀਰ ਰੂਪੀ ਕੱਪੜਾ ਵੀ ਕਾਗਜ਼ ਜਿਹੜਾ ਗਲ ਜਾਵੇਗਾ। ਕਹਾਂ ਸੋ ਭਾਈ ਮੀਤ ਹੈ, ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲਸੈ, ਸਭ ਆਪਣੀ ਵਾਰ। ਆਪਣੀ ਆਪਣੀ ਵਾਰੀ ਨਾਲ ਵਾਰੀ, ਆਪੋ ਆਪਣੀ ਕੋਏ ਨਾ ਬੰਧੈ ਧੀਰ। ਆ ਜਿਹੜੇ ਗੁਰੂ ਦੇ ਪ੍ਰਮਾਣ ਨਾ, ਇਹ ਸਾਰਾ ਕੁਛ ਇਹਦੇ ਸਾਹਮਣੇ ਲਿਆ ਦਵੀਂ। ਸੰਸਾਰ ਦੀਆਂ ਜਿਹੜੀਆਂ ਝੂਠੀਆਂ ਤੇ ਮਿਥਿਆ ਵਸਤੂਆਂ ਇਹਦੇ ਅੱਗੇ ਰੱਖ ਦਵੀਂ, ਨੂੰ ਸਮਝ ਪੈ ਜਾਵੇਗੀ।
ਇਹ ਵੀ ਦੱਸਦਾ ਵੀ ਕਿ ਸਰੀਰ ਦਾ ਮੂੰਹ ਝੂਠਾ ਹੈ, ਦੇਹ ਅਧਿਆਸ ਝੂਠਾ ਹੈ। ਤਬ ਇਸ ਮਿਥਿਆ ਵਸਤ ਦਿਖਾਵੋ, ਤਦੋਂ ਇਸ ਸਰੀਰ ਨੂੰ, ਆਪਣੇ ਮਨ ਨੂੰ ਝੂਠੀਆਂ ਵਸਤੂਆਂ ਵਿਖਾਉਣਾ ਕਰਿਓ ਕਿ ਹੇ ਮਨਾਂ ਤੂੰ ਕਿਹੜੀਆਂ ਝੂਠੀਆਂ ਵਸਤੂਆਂ ਵਿੱਚ ਫਸਿਆ ਜਿਹੜੀਆਂ ਨਾਸ਼ ਹੋ ਜਾਣ ਵਾਲੀਆਂ ਨੇ। ਉਦੋਂ ਫਿਰ ਇਸ ਮਨ ਨੂੰ ਸਮਝ ਪਵੇਗੀ। ਮੋਹਰ ਮੋਰ ਕਰ ਸ਼ਬਦ ਮਿਲਾਵੋ, ਜੀ ਚੱਲ ਜਾਵੇ ਫੇਰ ਹਟਾਵੋ। ਤੇ ਫੇਰ ਮੋੜ ਕਰਕੇ ਨਾ ਸ਼ਬਦ ਵਿੱਚ ਮਿਲਾਉਣਾ ਕਰਿਓ। ਵਾਰ-ਵਾਰ ਮਨ ਨੂੰ ਬਾਹਰ ਮੁਖੀ ਜਾਣ ਤੋਂ, ਬਾਹਰ ਮੁਖੀ ਹੋਣ ਤੋਂ ਅੰਤਰਮੁਖ ਲਿਆਇਓ, ਅੰਤਰਮੁਖ ਕਰਿਓ। ਜੇ ਚੱਲ ਜਾਵੇ ਫੇਰ ਹਟਾਵੇ। ਮਨ ਦਾ ਸੁਭਾਅ ਹੀ ਐਸਾ, ਚਲਦਲ ਪੱਤਰ ਪਟਾਕ ਪੱਤ, ਮਨ ਦਾ ਐਸਾ ਸੁਭਾਅ ਹੈ। ਨਿਸ਼ਾਨ ਸਾਹਿਬ ਦਾ ਫਰਲਾ, ਪਿੱਪਲ ਦਾ ਪੱਤਾ ਜਿਵੇਂ ਹਿੱਲਦੇ ਰਹਿੰਦੇ ਨੇ, ਇਸੇ ਤਰ੍ਹਾਂ ਵਿਦਵਾਨਾਂ ਲਿਖਿਆ ਕਿ ਮਨ ਵੀ ਹਿੱਲਦਾ ਰਹਿੰਦਾ ਹੈ, ਚੰਚਲ ਰਹਿੰਦਾ ਹੈ। ਜੇਕਰ ਫੇਰ ਬਾਹਰ ਮੁਖੀ ਹੋ ਕੇ ਮਨ ਕਿਸੇ ਸੰਕਲਪ ਵਿਕਲਪ ਦੇ ਵਹਿਣ ਵਿੱਚ ਰੁੜ ਤੁਰੇ, ਬਾਹਰ ਚਲਿਆ ਜਾਵੇ, ਫੇਰ ਧਾਵਤ ਵਰਜ ਰਹਾ ਹੈ। ਗੁਰੂ ਸਾਹਿਬ ਨੇ ਬਾਣੀ 'ਚ ਵਾਰ-ਵਾਰ ਦੱਸਿਆ ਹੈ ਕਿ ਬਾਹਰ ਜਾਂਦਾ ਠਾਕ ਰਹਾ ਹੈ। ਜਦੋਂ ਮਨ ਬਾਹਰ ਜਾਵੇ ਉਦੋਂ ਗੁਰੂ ਦੇ ਸ਼ਬਦ ਦੁਆਰਾ ਵਾਰ-ਵਾਰ ਮੋੜ ਕਰਕੇ ਅੰਦਰ ਲਿਆਉਣਾ ਹੈ। ਜਿਮ ਅਰੀਅਲ ਅਸ ਕੋ ਅਸਵਾਰ, ਸਨੈ ਸਨੈ ਤੇ ਅਗਰ ਦਿਖਾਰ। ਇੱਕ ਤੁਹਾਨੂੰ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਹਾਂ। ਜਿਵੇਂ ਅੜੀਅਲ ਘੋੜਾ ਹੁੰਦਾ ਹੈ, ਜਿਸ ਦੇ ਉੱਪਰ ਜੇ ਸਵਾਰੀ ਨਾ ਕੀਤੀ ਹੋਵੇ ਤੇ ਪਹਿਲਾਂ ਸਵਾਰੀ ਕਰਨੀ ਆਰੰਭ ਕੀਤੀ ਹੋਵੇ, ਪਰ ਅਸਵਾਰ ਬੜਾ ਸਿਆਣਾ ਹੋਵੇ। ਜਿਵੇਂ ਅੜੀਅਲ ਘੋੜੇ ਦੇ ਉੱਪਰ ਸਵਾਰੀ ਕਰਨ ਵਾਲਾ ਘੋੜੇ ਦਾ ਸਵਾਰ ਜਿਹੜਾ ਹੈ, ਸਹਿਜੇ ਤੇ ਅਗਰ ਦਿਖਾਰ ਉਸਨੂੰ ਅਗਲਾ ਪਾਸਾ ਵਿਖਾਉਂਦਾ ਕਿ ਭਾਈ ਅੱਗੇ ਕਦਮ ਰੱਖ, ਉਹਨੂੰ ਅੱਡੀਆਂ ਮਾਰਦਾ ਕਿ ਅੱਗੇ ਤੁਰ। ਜਿਵੇਂ ਅੜੀਅਲ ਘੋੜੇ ਨੂੰ ਉਹਦਾ ਸਵਾਰ ਜਿਹੜਾ ਹੈ ਉਹ ਅੱਗੇ ਤੋਰਨ ਦਾ ਯਤਨ ਕਰਦਾ ਹੈ। ਮੋਰ ਬੋਹਰ ਬਾਗਨ ਕੋ ਫੇਰੈ, ਫੇਰ ਫੇਰ ਨਿਜ ਮਰਜ਼ੀ ਪ੍ਰੇਰੈ। ਉਹ ਅੜੀਅਲ ਘੋੜਾ ਹੁੰਦਾ, ਘੇਰੇ ਘੇਰੇ ਘੁੰਮੀ ਜਾਂਦਾ ਹੁੰਦਾ ਹੈ। ਉਹਦਾ ਜੀ ਨਹੀਂ ਕਰਦਾ ਹੁੰਦਾ ਅੱਗੇ ਤੁਰਨ ਨੂੰ, ਪੋਈਏ ਪੈ ਨੂੰ। ਪੋਈਏ ਘੋੜੇ ਦੀ ਇੱਕ ਚਾਲ ਹੁੰਦੀ ਹੈ, ਉਹ ਵਾਰ-ਵਾਰ ਉੱਥੇ ਘੁੰਮੀ ਗੇੜਾ ਦਿੱਤੀ ਜਾਵੇਗਾ ਤੇ ਜੀ ਕਰੇਗਾ ਉਹਦਾ ਕਿ ਸਵਾਰ ਨੂੰ ਥੱਲੇ ਸੁੱਟ ਦੇਵਾਂ। ਪਰ ਜਿਹੜਾ ਸਿਆਣਾ ਸਵਾਰ ਹੈ ਕੀ ਕਰਦਾ, ਮੋਰ ਬੋਹਰ ਬਾਗਣ ਕੋ ਫੇਰੈ, ਉਹਨੂੰ ਮੋੜ ਕਰਕੇ ਤੇ ਵਾਗਾਂ ਨੂੰ ਫੇਰਦਾ, ਖਿੱਚਦਾ ਹੈ। ਫੇਰ ਨਿਜ ਮਰਜ਼ੀ ਪ੍ਰੇਰੇ, ਵਾਗਾਂ ਨੂੰ ਖਿੱਚ ਕੇ ਘੋੜੇ ਨੂੰ ਵਾਰ-ਵਾਰ ਆਪਣੀ ਮਰਜ਼ੀ ਇੱਛਾ ਦੇ ਅਨੁਸਾਰ ਪ੍ਰੇਰਨਾ ਕਰਦਾ ਹੈ। ਕਰੈ ਸੁਧਾਰਨ ਹਿਤ ਕੋ ਦੈ ਹੈ, ਅਰੈ ਜਿਤਰਾਸ ਤਾਹੇ ਉਪਜੈ ਹੈ। ਤੇ ਉਸ ਘੋੜੇ ਨੂੰ ਕਰੇ ਸੁਧਾਰਨ ਹਿਤ ਦੇ ਕੇ, ਦਿਲਾਸਾ ਦੇ ਕੇ ਸੁਧਾਰਦਾ ਕਿ ਭਾਈ ਤੈਨੂੰ ਅੱਗੇ ਤੁਰਨਾ ਹੀ ਪੈਣਾ ਹੈ, ਤੈਨੂੰ ਅੱਗੇ ਕਦਮ ਪੁੱਟਣਾ ਹੀ ਪੈਣਾ ਹੈ। ਜਿੰਨਾ ਮਰਜ਼ੀ ਘੁੰਮੀ ਜਾ ਆਸੇ ਪਾਸੇ, ਤੈਨੂੰ ਅੱਗੇ ਤੁਰਨਾ ਹੀ ਪੈਣਾ। ਅਰੇ ਜੇਕਰ ਘੋੜਾ ਜ਼ਿਆਦੀ ਅੜੀ ਕਰੇ ਫਿਰ ਉਹ ਚਾਬਕ ਵੀ ਮਾਰ ਦਿੰਦਾ, ਅੱਡੀ ਵੀ ਮਾਰਦਾ ਵੱਖੀ ਵਿੱਚ। ਤਰਾਸ ਤਾਂ ਇਹ ਉਪਜੈ ਹੈ, ਤੇ ਘੋੜੇ ਨੂੰ ਡਰ ਦੇਣਾ ਕਰਦਾ ਹੈ। ਇਸ ਵਿਦ ਫੇਰ ਫੇਰ ਮਨ ਜੋਰੋ, ਸੁਧ ਹੋਏ ਲਹਿ ਸਵਾਦ ਨ ਮੋਰੋ। ਤੇ ਇਸ ਵਿਦ ਫੇਰ ਮਨ ਜੋਰੋ, ਵਾਰ-ਵਾਰ ਆਪਣੇ ਮਨ ਨੂੰ ਅੰਤਰਮੁਖ ਕਰਕੇ ਜੋੜੋ। ਘੋੜੇ ਜੀਵ ਆਤਮਾ ਸਵਾਰ ਹੈ ਇਸ ਸਰੀਰ ਰੂਪੀ ਘੋੜੇ ਦੇ ਉੱਪਰ। ਬਾਣੀ 'ਚ ਲਿਖਿਆ ਹਿਚੇ ਤਾਂ ਪ੍ਰੇਮ ਕੇ ਚਾਬਕ ਮਾਰੋ। ਜੇਕਰ ਅੜੀ ਕਰੇਗਾ ਤਾਂ ਮੈਂ ਪ੍ਰੇਮ ਦੇ ਚਾਬਕ ਮਾਰਨਾ ਕਰਾਂਗਾ। ਸਹਿਜ ਕੇ ਪਾਵੜੇ ਪੱਗ ਧਰ ਲੀਜੈ। ਰਕਾਬਾਂ ਕਿਹੜੀਆਂ ਨੇ? ਜਿਹੜਾ ਸਹਿਜ ਅਵਸਥਾ 'ਚ ਟਿਕਣਾ ਹੈ ਉਸ ਘੋੜੇ ਦੀਆਂ ਰਕਾਬਾਂ ਹਨ। ਸੋ ਵਾਰ-ਵਾਰ ਪ੍ਰੇਮ ਦੇ ਨਾਲ ਮਨ ਰੂਪੀ ਇਸ ਘੋੜੇ ਨੂੰ ਪ੍ਰੇਰਨਾ ਦੇਣੀ ਹੈ ਕਿ ਭਾਈ ਤੂੰ ਸਿੱਧਾ ਹੋ ਕੇ ਗੁਰੂ ਦੇ ਸ਼ਬਦ ਵਾਲੇ ਪਾਸੇ ਤੁਰ ਜਾਣਾ ਕਰ, ਤੁਰ ਪਾਓ। ਸੋ ਇਸ ਤਰੀਕੇ ਦੇ ਨਾਲ ਫੇਰ ਇਸ ਵਿਦ ਫੇਰ ਮਨ ਜੋੜੋ। ਮਨ ਵੀ ਘੋੜੇ ਦੀ ਤਰ੍ਹਾਂ ਹੈ, ਮੂੰਹ ਜ਼ੋਰ ਹੈ, ਜਿੱਧਰ ਮੂੰਹ ਹੁੰਦਾ ਉੱਧਰ ਦੌੜ ਪੈਂਦਾ ਹੈ। ਇਸ ਤਰੀਕੇ ਨਾਲ ਇਸ ਮਨ ਰੂਪੀ ਘੋੜੇ ਨੂੰ ਵਾਰ-ਵਾਰ ਆਪਣੇ ਸਰੂਪ ਵਿੱਚ ਜੋੜਨਾ ਹੈ।
ਸੁੱਧ ਹੋਏ ਲਹੇ ਸਵਾਦ ਨਾ ਮੁਰ। ਜਦੋਂ ਇਹ ਮਨ ਸ਼ੁੱਧ ਹੋ ਜਾਏਗਾ, ਸਿਮਰਨ ਕਰਦਿਆਂ ਬੰਦਗੀ ਕਰਦਿਆਂ ਪਵਿੱਤਰ ਹੋ ਜਾਵੇਗਾ, ਫਿਰ ਇਹਨੂੰ ਰਸ ਆਵੇਗਾ, ਸਵਾਦ ਆਵੇਗਾ। ਉਸ ਸਵਾਦ ਵਿੱਚ ਲੱਗੇ ਹੋਏ ਮਨ ਰੂਪੀ ਘੋੜੇ ਨੂੰ ਫਿਰ ਮੋੜਨਾ ਨਾ ਕਰਿਓ, ਫਿਰ ਵਾਰ-ਵਾਰ ਉਸ ਨਾਮ ਸਿਮਰਨ ਦੇ ਸਵਾਦ ਵਿੱਚ ਇਸ ਨੂੰ ਲਾਉਣਾ ਕਰਿਓ। ਸੁਨ ਗੁਰ ਤੇ ਕੀਨਸ ਬਿਦ ਤੈਸੇ, ਸਨੇ ਸਨੇ ਮਨ ਬਸ ਹੋਏ ਜੈਸੇ। ਸੁਣ ਕੇ ਸਾਹਿਬਾਂ ਦੇ ਕੋਲੋਂ ਇਹ ਉਪਦੇਸ਼ ਭਾਈ ਸਾਈਂ ਦਾਸ ਨੇ ਉਹੀ ਵਿਧੀ ਵਰਤੀ, ਉਹੀ ਢੰਗ ਵਰਤਿਆ। ਸਨੇ ਸਨੇ ਮਨ ਬਸ ਹੋਏ ਜੈਸੇ, ਇੱਕੇ ਦਿਨ ਤਾਂ ਨਹੀਂ ਵਸ ਹੁੰਦਾ, ਸਨੇ ਹੁੰਦਾ ਸਹਿਜੇ ਸਹਿਜੇ, ਹੌਲੀ ਹੌਲੀ ਆਸਤੇ ਆਸਤੇ ਜਿਵੇਂ ਮਨ ਵਸ ਵਿੱਚ ਹੋ ਜਾਵੇ। ਉਹੀ ਢੰਗ ਤਰੀਕਾ ਤੇ ਜੁਗਤੀ ਭਾਈ ਸਾਈਂ ਦਾਸ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਕੋਲੋਂ ਸਿੱਖ ਕੇ ਵਰਤਣਾ ਸ਼ੁਰੂ ਕੀਤੀ। ਆਪਾ ਨਹਿ ਜਨਾਏ ਗੁਰ ਆਗੇ, ਨਿਸ ਦਿਨ ਰਹੇ ਸੇਵ ਮੈਂ ਲਾਗੇ। ਇਹ ਗੁਰੂ ਕਾ ਸਿੱਖ ਕਦੀ ਵੀ ਆਪਣਾ ਆਪਾ ਨੇ ਸਾਹਿਬਾਂ ਦੇ ਅੱਗੇ ਨਹੀਂ ਜਨਾਇਆ ਕਿ ਮਹਾਰਾਜ ਮੈਂ ਵੀ ਕੁਛ ਹਾਂ, ਮੇਰੀ ਇੰਨੀ ਉੱਚੀ ਅਵਸਥਾ ਹੋ ਗਈ, ਮੈਨੂੰ ਆਹ ਦਿਸ ਪਿਆ ਉਹ ਦਿਸ ਪਿਆ। ਨਹੀਂ, ਇਹਨਾਂ ਗੱਲਾਂ ਦਾ ਕਦੀ ਉਹਨੇ ਜ਼ਿਕਰ ਹੀ ਨਹੀਂ ਕੀਤਾ। ਰਾਤ ਦਿਨ ਰਹੇ ਸੇਵ ਮੈਂ ਲਾਗੇ, ਸੇਵਾ ਦੇ ਚ ਰਾਤ ਦਿਨ ਬੜੀ ਪ੍ਰੇਮ ਭਾਵਨਾ ਵਿੱਚ ਲੱਗਾ ਰਹਿੰਦਾ ਹੈ। ਏਮ ਗੁਰ ਅੰਮ੍ਰਿਤ ਸਰ ਮਾਹੀ, ਏਮ ਸ਼੍ਰੀ ਗੁਰ ਅੰਮ੍ਰਿਤ ਸਰ ਮਾਹੀ, ਸਿੱਖਨ ਕੋ ਉਪਦੇਸ਼ ਕਰਾਹੀ। ਇਸ ਤਰ੍ਹਾਂ ਪੰਚਮ ਪਾਤਸ਼ਾਹ ਗੁਰਦੇਵ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਦਰ ਤੇ ਚੱਲ ਕਰਕੇ ਆਏ ਜਗਿਆਸੂਆਂ ਨੂੰ, ਗੁਰਸਿੱਖਾਂ ਨੂੰ, ਪ੍ਰੇਮੀਆਂ ਨੂੰ, ਭਾਵਨਾਵਾਂ ਵਾਲਿਆਂ ਨੂੰ ਉਪਦੇਸ਼ ਕਰਾਹੀ, ਉਪਦੇਸ਼ ਬਖਸ਼ਿਸ਼ ਕੀਤਾ, ਉਪਦੇਸ਼ ਦੀ ਦਾਤ ਦਿੱਤੀ, ਉਪਦੇਸ਼ ਕਰਵਾਇਆ। ਆਪ ਸਾਹਿਬਾਂ ਉਪਦੇਸ਼ ਕੀਤਾ। ਬ੍ਰਹਮ ਗਿਆਨੀ ਗੁਰਸਿੱਖਾਂ ਕੋਲੋਂ ਵੀ ਸਿੱਖਾਂ ਨੂੰ ਸਿੱਖਿਆ ਦਿਵਾਈ। ਸਾਹਿਬ ਜੀ ਆਪ ਉਪਦੇਸ਼ ਕਰਦੇ ਨੇ। ਇੱਥੋਂ ਤੱਕ ਜਿੰਨੀਆਂ ਵੀ ਸਾਖੀਆਂ ਪਿੱਛੇ ਆਈਆਂ ਨੇ ਉਹ ਗੁਰੂ ਕੇ ਸਿੱਖਾਂ ਦੇ ਪ੍ਰਸ਼ਨ ਸਨ, ਮਨ ਦੇ ਤੌਖਲੇ ਸਨ, ਮਨ ਦੇ ਸ਼ੰਕੇ ਸਨ, ਮਨ ਦੇ ਭਰਮ ਸਨ, ਮਨ ਦੀਆਂ ਉਮੀਦਾਂ, ਖਹਿਸ਼ਾਂ, ਆਸਾਂ, ਮੁਰਾਦਾਂ ਸਨ ਕਿ ਮਹਾਰਾਜ ਜੀ ਕਿਰਪਾ ਕਰੋ ਆਹ ਇੱਛਾ ਸਾਡੀ ਪੂਰੀ ਹੋ ਜਾਏ। ਆਹ ਮਨ ਵਿੱਚ ਸ਼ੰਕਾ ਪਿਆ ਜਾਂ ਕਿਸੇ ਪਾਸਿਓਂ ਮਹਾਰਾਜ ਆਹ ਗੱਲ ਕਿਸੇ ਨੇ ਇਸ ਤਰ੍ਹਾਂ ਕਹੀ ਹੈ, ਇਹਦਾ ਜਵਾਬ ਕੀ ਹੈ? ਤਾਂ ਗੁਰੂ ਸਾਹਿਬ ਮਹਾਰਾਜ ਜੀ ਸਿੱਖਾਂ ਦੇ ਜੀਵਨ ਦੇ ਵਿੱਚ ਹਰ ਥਾਂ 'ਤੇ ਹਰ ਪੜਾਅ 'ਤੇ ਅਗਵਾਈ ਕਰਦੇ ਹੋਏ ਉਹਨਾਂ ਨੂੰ ਯਥਾ ਯੋਗ ਉਪਦੇਸ਼ ਦੇ ਕਰਕੇ, ਸਿੱਖਿਆ ਦੇ ਕਰਕੇ ਨਿਹਾਲ ਕਰਦੇ ਰਹੇ। ਇਸ ਤੋਂ ਅੱਗੇ ਭਾਈ ਸਾਹਿਬ ਜੀ ਨੇ ਇਸੇ ਪ੍ਰਸੰਗ ਦੇ ਅੰਦਰ ਪਾਵਨ ਅਸਥਾਨ ਸ਼੍ਰੀ ਤਰਨ ਤਾਰਨ ਸਾਹਿਬ, ਜਿਵੇਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਸ ਮਹਾਨ ਪਾਵਨ ਸਥਾਨ, ਸਭ ਤੋਂ ਵੱਡਾ ਸਰੋਵਰ ਜੋ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਰੋਵਰਾਂ ਦੇ ਵਿੱਚੋਂ ਮਹਾਨ ਸਰੋਵਰ ਹੈ ਤਰਨ ਤਾਰਨ ਸ਼੍ਰੀ ਦਰਬਾਰ ਸਾਹਿਬ ਜੀ ਦਾ ਪਾਵਨ ਸਰੋਵਰ। ਉਸ ਸਰੋਵਰ ਦੀ ਸਿਰਜਣਾ ਰਚਨਾ ਕਰਵਾਈ, ਸ਼੍ਰੀ ਦਰਬਾਰ ਸਾਹਿਬ ਜੀ ਦੀ ਸਿਰਜਣਾ ਕਰਵਾਈ, ਸ਼੍ਰੀ ਤਰਨ ਤਾਰਨ ਸਾਹਿਬ ਨਗਰ ਵਸਾਇਆ। ਉਹ ਪ੍ਰਸੰਗ ਭਾਈ ਸਾਹਿਬ ਜੀ ਇੱਥੋਂ ਅੱਗੇ ਪ੍ਰਾਰੰਭ ਕਰ ਰਹੇ ਨੇ। ਗੋਇੰਦਵਾਲ ਜਾਨ ਕੋ ਚਾਹਾ। ਇੱਕ ਦਿਨ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਤਰਫ, ਜੋ ਸਾਹਿਬਾਂ ਦਾ ਨਾਨਕਾ ਨਗਰ ਹੈ, ਉਸ ਤਰਫ ਨੂੰ, ਉਸ ਪਾਸੇ ਨੂੰ ਜਾਣਾ ਚਾਹਿਆ। ਸੰਤਤ ਗੁਰੂ ਅਮਰ ਕੇ ਪਾਹਾ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਸੰਤਾਨ, ਸੰਤਤ ਔਲਾਦ ਉਸ ਪਾਵਨ ਮਹਾਨ ਨਗਰ ਗੋਇੰਦਵਾਲ ਸਾਹਿਬ ਦੇ ਵਿੱਚ ਵਸਦੀ ਹੈ। ਆਪਣੇ ਨਾਨਕੇ ਪਰਿਵਾਰ ਨੂੰ ਮਿਲਣ ਵਾਸਤੇ ਸਾਹਿਬਾਂ ਨੇ ਵਿਚਾਰ ਕੀਤਾ। ਕਰ ਤਿਆਰੀ ਸਿੱਖ ਸੰਗ ਵਿਸਾਲ, ਜਿਨ ਮਹਿ ਬ੍ਰਹਮ ਗਿਆਨੀ ਮੁਖ ਜਾਲ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਤਿਆਰੀ ਕਰ ਲਈ। ਸਾਹਿਬਾਂ ਦੇ ਨਾਲ ਸਿੱਖ ਸੰਗ ਵਿਸਾਲ ਬਹੁਤ ਸਾਰੇ ਸਿੱਖ ਨੇ, ਜਿਨ੍ਹਾਂ ਗੁਰਸਿੱਖਾਂ ਦੇ ਵਿੱਚ ਬ੍ਰਹਮ ਗਿਆਨੀ ਮੁਖ ਜਾਲ, ਮੁਖੀ ਮੁਖੀ ਬ੍ਰਹਮ ਗਿਆਨੀ
ਨਾਮ ਬਾਣੀ ਦੇ ਸਿਮਰਨ ਦੇ ਧਾਰਨੀ ਗੁਰੂ ਕੇ ਸਿੱਖ ਹਨ। ਬ੍ਰਿਧ ਤੇ ਆਦ ਸੇਵ ਗੁਰ ਭੀਨੇ, ਗਮਨ ਹੇਤ ਸਭ ਹਿਨ ਮਨ ਕੀਨੇ। ਉਹ ਬ੍ਰਹਮ ਗਿਆਨੀ ਕੋ ਸਿੱਖ ਕਿਹੜੇ ਨੇ? ਬ੍ਰਹਮ ਗਿਆਨੀ ਮਹਾਨ ਮਹਾਂਪੁਰਖ ਤਤ ਬੇਤੇ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਪਾਰੋ ਵਰਗੇ ਬ੍ਰਹਮ ਗਿਆਨੀ ਗੁਰੂ ਕੇ ਸਿੱਖ, ਜੋ ਗੁਰੂ ਅਮਰਦਾਸ ਪਾਤਸ਼ਾਹ ਦੇ ਉਸ ਵਰਸਾਏ ਹੋਏ ਸਨ, ਉਹਨਾਂ ਦੀ ਅਵਸਥਾ ਵਾਲੇ ਪਰਮਹੰਸ ਗੁਰ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਤਤ ਬੇਤੇ। ਹੋਰ ਵੀ ਭਾਈ ਭਗੀਰਥ ਜਿਹੜੇ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਵਰਸਾਏ ਸਨ, ਉਹਨਾਂ ਵਰਗੇ ਗੁਰਸਿੱਖ, ਭਾਵੇਂ ਕਿ ਉਹ ਆਪ ਸੰਸਾਰ ਤੋਂ ਜਾ ਚੁੱਕੇ ਨੇ, ਪਰ ਉਹਨਾਂ ਦੀ ਕਰਨੀ ਕਮਾਈ ਵਾਲੇ ਗੁਰਸਿੱਖ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਮੇਂ ਵੀ ਹਨ। ਫਿਰ ਬਾਬਾ ਬੁੱਢਾ ਸਾਹਿਬ ਜੀ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਤੋਂ ਵਰਸਾਏ ਹੋਏ ਨੇ। ਇਹੋ ਜਿਹੇ ਪਤਾ ਨਹੀਂ ਅਨੇਕਾਂ ਹੀ ਸਿੱਖ ਭਾਈ ਸਾਹਿਬ ਕਹਿੰਦੇ ਗੁਰੂ ਦੀ ਸੇਵਾ ਵਿੱਚ ਤੇ ਸਿਮਰਨ ਵਿੱਚ ਭਿੱਜੇ ਹੋਏ ਜੀਵਨ ਵਾਲੇ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ ਪ੍ਰੇਮ ਦੇ ਵਿੱਚ ਭਿੱਜੇ ਹੋਏ ਮਨ ਲੈ ਕੇ ਸਾਹਿਬਾਂ ਦੇ ਨਾਲ ਚਾਲਾ ਪਾਇਆ। ਸ਼੍ਰੀ ਅਰਜਨ ਗੁਰ ਗੁਣਨ ਉਦਾਰ, ਨਿਤ ਪ੍ਰਤ ਚਾਹਤ ਪਰ ਉਪਕਾਰ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਮੂਹ ਸ੍ਰੇਸ਼ਟ ਗੁਣਾਂ ਦੇ ਧਾਰਨੀ, ਗੁਣਾਂ ਦਾ ਸਮੂਹ ਹਨ, ਜੋ ਨਿਤਾਂ ਪ੍ਰਤੀ ਚਾਹੁੰਦੇ ਨੇ ਕਿ ਸੰਸਾਰ ਤੇ ਸੰਸਾਰੀ ਜੀਵਾਂ ਤੇ ਪਰ ਉਪਕਾਰ ਕੀਤਾ ਜਾਵੇ। ਜਿਮ ਸੂਰਜ ਕਰ ਮਹਾ ਪ੍ਰਕਾਸ਼, ਸਕਲ ਜਗਤ ਕੋ ਦੇ ਸੁਖ ਰਾਸ। ਜਿਵੇਂ ਸੂਰਜ ਆਪਣਾ ਮਹਾ ਬਹੁਤਾ ਪ੍ਰਕਾਸ਼ ਕਰਕੇ ਸੰਸਾਰ ਦੇ ਵਿੱਚੋਂ ਅੰਧਕਾਰ ਦੂਰ ਕਰਕੇ ਤੇ ਸੰਸਾਰ ਦੇ ਜੀਵਾਂ ਨੂੰ ਸੁਖ ਦਿੰਦਾ ਹੈ। ਨਿੰਦਕ ਦੁਸ਼ਟ ਉਲੂਕ ਨ ਜਾਣੈ, ਅੰਧ ਬਨੈ ਨਿਜ ਬੁਰਾ ਸੁਠਾਨੈ। ਸੂਰਜ ਨੂੰ ਜਿਹੜੇ ਅਲੋਕ ਉੱਲੂ ਨੇ, ਚਾਮ ਚਿੜਕਾਂ ਚਮਗਿੱਦੜ ਜਿਹੜੇ ਨੇ, ਉਹ ਨਹੀਂ ਚੰਗਾ ਸਮਝਦੇ, ਉਹਨਾਂ ਨੂੰ ਹਨੇਰਾ ਪਸੰਦ ਹੈ। ਇਸੇ ਤਰ੍ਹਾਂ ਜਿਹੜੇ ਨਿੰਦਕ ਦੁਸ਼ਟ ਲੋਕ ਨੇ, ਉਹਨਾਂ ਨੂੰ ਅਗਿਆਨਤਾ ਦਾ ਅਵਿਦਿਆ ਦਾ ਹਨੇਰਾ ਹੀ ਚੰਗਾ ਲੱਗਦਾ ਹੈ। ਉਹ ਹਨੇਰੇ ਵਿੱਚ ਹੀ ਭਟਕਣਾ ਚੰਗਾ ਸਮਝਦੇ ਨੇ। ਉਹ ਉੱਲੂਆਂ ਦੀ ਨਿਆਏ ਜਿਹੜੇ ਨਿੰਦਕ ਦੇ ਦੁਸ਼ਟ ਨੇ, ਨਾ ਜਾਣੇ ਗੁਰੂ ਸੂਰਜ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਨਹੀਂ ਜਾਣਦੇ। ਅੰਧ ਬਣੇ ਨਿਜ ਬੁਰਾ ਸੋ ਠਾਨੇ, ਉਹ ਅੰਨੇ ਬਣ ਜਾਂਦੇ ਨੇ ਗੁਰੂ ਸੂਰਜ ਦਾ ਪ੍ਰਕਾਸ਼ ਵੇਖ ਕੇ। ਗੁਰੂ ਦਾ ਤਾਂ ਨਹੀਂ ਕੁਛ ਵਿਗਾੜ ਸਕਦੇ, ਪਰ ਨਿਜ ਬੁਰਾ ਸੋ ਠਾਨੇ, ਆਪਣਾ ਹੀ ਬੁਰਾ ਕਰ ਲੈਂਦੇ ਨੇ, ਆਪਣਾ ਹੀ ਵਿਗਾੜ ਕਰਦੇ ਨੇ, ਆਪਣੇ ਹੀ ਬੁਰਾਈ ਵਾਲੇ ਸਾਰੇ ਰਸਤੇ ਖੋਲ੍ਹਦੇ ਨੇ, ਔਗਣਾਂ ਨੂੰ ਧਾਰਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਦਾ ਦੀਦਾਰ ਨਹੀਂ ਕਰਦੇ। ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਚਾਲਾ ਪਾ ਕੇ ਪੰਚਮ ਪਾਤਸ਼ਾਹ ਗੁਰਦੇਵ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਰਨ ਤਾਰਨ ਸਾਹਿਬ ਵਾਲੇ ਸਥਾਨ 'ਤੇ ਜਾ ਕਰਕੇ ਰੁਕੇ। ਸਾਹਿਬਾਂ ਨੇ ਸ਼੍ਰੀ ਦਰਬਾਰ ਸਾਹਿਬ ਪਾਵਨ ਸਰੋਵਰ ਦੀ ਸੇਵਾ ਪ੍ਰਾਰੰਭ ਕਰਵਾਈ। ਇਹ ਵਾਰਤਾ ਹੈ ਜੋ ਈਸਵੀ ਸੰਨ 1590 ਦੀ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 17 ਵਿਸਾਖ ਸੰਨ 1590 ਨੂੰ ਉਸ ਪਾਵਨ ਮਹਾਨ ਨਗਰ ਨੂੰ ਵਸਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਨੇ ਨੀਂਹ ਰੱਖੀ ਹੈ। ਜਿਵੇਂ ਉਹ ਸਾਰੀਆਂ ਸੇਵਾਵਾਂ ਸਾਹਿਬਾਂ ਕਰਵਾਈਆਂ ਭਾਈ ਸਾਹਿਬ ਜੀ ਅੱਗੇ ਸੁਣਾਉਣਗੇ। ਗੁਰੂ ਕੇ ਸਿੱਖਾਂ ਦੇ ਪ੍ਰਸੰਗ ਜਿਹੜੇ ਚੱਲ ਰਹੇ ਸਨ, ਭਾਈ ਸਾਹਿਬ ਨੇ ਇੱਥੇ ਸਮਾਪਤ ਕੀਤੇ ਨੇ। ਅੱਗੇ ਅਗਲਾ ਗੁਰੂ ਕਾ ਇਤਿਹਾਸ ਪ੍ਰਾਰੰਭ ਕੀਤਾ ਹੈ। ਹੋਰ ਵੀ ਕਈ ਗੁਰੂ ਕੇ ਸਿੱਖ ਆਉਣਗੇ ਸਾਹਿਬਾਂ ਦੇ ਕੋਲ, ਜਿਨ੍ਹਾਂ ਦੀ ਸਾਹਿਬਾਂ ਕਲਿਆਣ ਕਰਨੀ ਹੈ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫੀ ਸਤਿਗੁਰੂ ਜੀ ਦੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣਾ। ਅੱਗੇ ਵਾਸਤੇ ਸਮਤ ਬਖਸ਼ਣੀ। ਅੰਤਲੀਆਂ ਪੰਕਤੀਆਂ ਪੜ੍ਹ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਜਿਮ ਸੂਰਜ ਕਰ ਮਹਾ ਪ੍ਰਕਾਸ਼, ਸਕਲ ਜਗਤ ਕੋ ਦੇ ਸੁਖ ਰਾਸ। ਨਿੰਦਕ ਦੁਸ਼ਟ ਉਲੂਕ ਨ ਜਾਣੈ,
ਅੰਧ ਬਨੈ ਨਿਜ ਬੁਰਾ ਨ ਠਾਨੈ। ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਵਿਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਹੀ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ ਹੈ ਅਪਰੰਪਰ ਹਰ ਹਰੇ ਪੀ ਹੋਵਨ ਹਾਰ ਹੈ ਸੰਤ ਕੈ ਸਦਾ ਸੰਗ
ਆਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਾਰ ਸੇਵਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵਦੇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।